ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਦਰਬਾਰ ਡਬਲਿਨ ਅੱਜ ਸਿੱਖ ਚੈਨਲ ਆਇਰਲੈਂਡ ਵਿੱਚ ਦਸਤਾਰ ਅਵੇਅਰਨੈਸ ਡੇ 5ਵਾਂ ਜੋ ਸਿੱਖ ਚੈਨਲ ਵੱਲੋਂ ਹਰ ਸਾਲ ਉਲੀਕਿਆ ਜਾਂਦਾ ਹੈ, ਅੱਜ 5ਵਾਂ ਲੈ ਕੇ ਪੰਜਾਂ ਸਾਲਾਂ ਬਾਅਦ ਪੰਜਾਂ ਥਾਵਾਂ 'ਤੇ ਪੰਜਾਂ ਕੰਟਰੀਆਂ 'ਤੇ ਦਸਤਾਰ ਅਵੇਅਰਨੈਸ ਮਨਾਇਆ ਜਾ ਰਿਹਾ ਹੈ, ਜਿੱਥੇ ਆਪ ਜੀਆਂ ਡਬਲਿਨ ਦੀਆਂ ਸੰਗਤਾਂ ਨੇ ਵੀ ਆਪਣੇ ਆਪ ਅਗਾਰਾ ਦੇ ਕੇ ਇਸ ਦਸਤਾਰ ਅਵੇਅਰਨੈਸ ਨੂੰ ਤੁਸੀਂ ਆਪ ਹਿੱਸੇਦਾਰ ਬਣੇ ਹੋ। ਇਹਦੀ ਵੀ ਸਿੱਖ ਚੈਨਲ ਵੱਲੋਂ ਵਧਾਈ ਹੈ। ਸੋ ਅੱਜ ਦਸਤਾਰ ਅਵੇਅਰਨੈਸ 'ਤੇ ਆਪ ਨੌਜਵਾਨ ਸਾਰੇ ਗੁਰੂ ਘਰ ਦੇ ਵਜ਼ੀਰ ਪ੍ਰਬੰਧਕ ਸੇਵਾਦਾਰ ਸਾਰੇ ਬੈਠੇ ਹੋ। ਸੋ ਆਪਾਂ ਇਹਦੇ ਉੱਤੇ ਥੋੜ੍ਹਾ ਜਿਹਾ ਸ਼ੋਅ ਰੱਖ ਰਹੇ ਹਾਂ ਵੀ ਦਸਤਾਰ ਹੈ ਅਵੇਅਰਨੈਸ ਦੀ ਜਿਹੜੀ ਜਾਣਕਾਰੀ ਹੈ ਉਹ ਸਿੱਖ ਚੈਨਲ ਵੱਲੋਂ ਕਿੰਨੀ ਕੁ ਮਿਲੀ ਹੈ, ਬਾਹਰੋਂ ਸਾਨੂੰ ਕਿੰਨੀ ਮਿਲੀ ਹੈ, ਔਰ ਇਹਦੇ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਜਿਸੇ ਵੀ ਵੀਰ ਨੇ ਕੋਈ ਵੀ ਆਪਣੀ ਇਹਦੇ ਵਿੱਚ ਕੋਈ ਸਵਾਲ ਕਰਨਾ ਹੋਵੇ, ਤੁਸੀਂ ਹੱਥ ਖੜਾ ਕਰਕੇ ਆਪਣਾ ਨਾਂ ਦੱਸ ਕੇ ਸਵਾਲ ਕਰ ਸਕਦੇ ਹਨ। ਕੋਈ ਜਵਾਬ ਜਿਹਨਾਂ ਨੇ ਦੇਣਾ ਵੀਰਾਂ ਨੇ ਉਹ ਵੀ ਦੇ ਸਕਦੇ ਹਨ। ਸੋ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ, ਕਰਦਾ ਹੋਇਆ ਗੁਰੂ ਘਰ ਦੇ ਜੋ ਪਿਛਲੇ 18-20 ਸਾਲ ਤੋਂ ਇਸ ਗੁਰੂ ਘਰ ਦੇ ਹੈੱਡ ਵਜ਼ੀਰ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਸੇਵਾ ਸਤਿਕਾਰਯੋਗ ਜਿਹੜੀ ਸਾਰੇ ਸੰਗਤਾਂ ਵਿੱਚ ਗਿਣੇ ਜਾਂਦੇ ਹਨ। ਸੋ ਉਹਨਾਂ ਦੇ ਰਾਹੀਂ, ਕਿਉਂਕਿ ਸਾਡੀ ਜਿਹੜੀ ਦਸਤਾਰ ਹੈ ਇਹ ਰਿਲੇਟਡ ਧਰਮ ਦੇ ਨਾਲ ਹੈ, ਇਸ ਕਰਕੇ ਗੁਰਮਤ ਅਨੁਸਾਰ ਦਸਤਾਰ ਦੀ ਕੀ ਮਹੱਤਤਾ ਹੈ, ਸਾਡੇ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਇਹਦੇ ਬਾਰੇ ਕੁਛ ਆਪਣੇ ਮੁਖਾਰਬੰਦ ਤੋਂ ਜ਼ਰੂਰ ਮਹੱਤਤਾ ਦਸਤਾਰ ਦੀ ਬਾਰੇ ਚਾਨਣਾ ਪਾਉਣਗੇ ਜੀ। ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਵਾਲੇ ਜੋ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ 5 ਸਾਲ ਤੋਂ ਦਸਤਾਰ ਅਵੇਅਰਨੈਸ ਡੇ ਨੂੰ ਮਨਾ ਰਹੇ ਹਨ ਪੰਜਾਂ ਕੰਟਰੀਆਂ ਦੇ ਵਿੱਚ, ਜਿਹਨਾਂ ਮਨਾਉਣਾ ਹੈ, ਜਿਸ ਦੇ ਵਿੱਚ ਆਇਰਲੈਂਡ ਦਾ ਵੀ ਨਾਂ ਹੈ, ਡਬਲਿਨ ਗੁਰਦੁਆਰੇ ਦਾ। ਸੋ ਸਿੱਖ ਧਰਮ ਦੇ ਵਿੱਚ ਜੋ ਦਸਤਾਰ ਦੀ ਮਹੱਤਤਾ ਹੈ, ਸਤਿਗੁਰਾਂ ਦੀ ਬਾਣੀ ਦੇ ਵਿੱਚ 3 ਸ਼ਬਦ ਹਨ। ਦਸਤਾਰ ਵੀ ਆਉਂਦਾ ਹੈ ਅਤੇ ਪਗੜੀ ਵੀ, ਅਤੇ ਪੱਗ ਦਾ ਵੀ ਨਾਮ ਆਉਂਦਾ ਹੈ। ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਦਸਤਾਰ ਸਿਰਾ, ਜਿਸ ਦੇ ਸਿਰ ਦੇ ਉੱਪਰ ਦਸਤਾਰ ਵੀ ਹੋਵੇ ਅਤੇ ਸੂਰਤ ਵੀ ਸਾਬਤ ਹੋਵੇ, ਨਾ ਕਿ ਜੋ ਸਤਿਗੁਰਾਂ ਦੇ ਬਖਸ਼ਿਆ ਸਿੱਖੀ ਸਰੂਪ ਹੈ ਉਸ ਨੂੰ ਕੱਟਿਆ ਹੋਇਆ ਹੋਵੇ, ਉਹ ਵੀ ਧਾਰਨਾ ਜ਼ਰੂਰੀ ਹੈ। ਇਹ ਸਿੱਖ ਦਾ ਤਾਜ ਹੈ, ਜੋ ਪਗੜੀ ਹੈ, ਜੋ ਦਸਤਾਰ ਹੈ, ਇਹ ਤਾਜ ਹੈ, ਤਾਜ ਦੇ ਨਾਲ ਹੀ ਰਾਜ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਅਰਦਾਸ ਦੇ ਮੋਰ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਈ ਰਾਜ ਤਾਂ ਹੈ ਜੇ ਸਿੱਖ ਦੇ ਕੋਲ ਤਾਜ ਹੈ। ਤਾਜ ਧਾਰਨਾ ਜ਼ਰੂਰੀ ਹੈ ਅਤੇ ਨਾਲ ਸਿੱਖੀ ਸਰੂਪ ਵੀ ਧਾਰਨਾ ਜ਼ਰੂਰੀ ਹੈ, ਅਤੇ ਨਾਲ ਹੀ 5 ਕਕਾਰੀ ਹੋਣਾ, ਅੰਮ੍ਰਿਤ ਗੁਰੂ ਦਾ ਛਕਣਾ ਜ਼ਰੂਰੀ ਹੈ, ਤਾਂ ਹੀ ਸਿੱਖ ਸੰਪੂਰਨ ਹੋ ਸਕਦਾ ਹੈ। ਸਿੱਖ ਚੈਨਲ ਵਾਲੇ ਇਸ ਦੇ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਸ ਅਵੇਅਰਨੈਸ ਨੂੰ ਦੇਸ਼ ਵਿਦੇਸ਼ਾਂ ਦੇ ਵਿੱਚ ਸ਼ੁਰੂ ਕੀਤਾ ਹੈ, ਤਾਂ ਕਿ ਸਿੱਖਾਂ ਦੀ ਪਹਿਚਾਣ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਇਹਨਾਂ ਨੇ ਥੋੜ੍ਹੇ ਸਮੇਂ ਵਿੱਚ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਹੈ। ਕਿਉਂਕਿ ਆਪਣੇ ਕੋਲ ਸਮਾਂ ਜਿਹੜਾ ਹੈ ਉਹ ਵੀ, ਕਿਉਂਕਿ ਸਾਰੇ ਵਿਚਾਰ ਲੈਣੇ ਹਨ ਸਾਰਿਆਂ ਸੰਗਤਾਂ ਦੇ, ਨੌਜਵਾਨਾਂ ਦੇ। ਮੈਂ ਇਹ ਦੱਸਣਾ ਚਾਹਾਂਗਾ 5 ਸਾਲ ਤੋਂ ਸਿੱਖ ਚੈਨਲ ਨੇ ਅਵੇਅਰਨੈਸ ਲਿਆਂਦੀ, ਕਿਉਂਕਿ 9/11 ਤੋਂ ਬਾਅਦ ਸਿੱਖਾਂ ਨੂੰ ਜਿੱਥੇ ਜਿੱਥੇ ਵੀ ਵਿਚਰਦੇ ਸਨ, ਏਅਰਪੋਰਟਾਂ 'ਤੇ ਵੀ ਨਫ਼ਰਤ ਕੀਤੀ ਜਾਂਦੀ ਸੀ, ਪਕੜ ਲਾ ਕੇ ਚੈੱਕ ਕੀਤਾ ਜਾਂਦਾ ਸੀ। ਅਤੇ ਹੁਣ ਅੱਜ ਤੱਕ ਕਾਫੀ ਜਿਹੜੀ ਹੈ ਭਾਵੇਂ ਰਾਹਤ ਮਿਲੀ ਹੈ, ਪਰ ਫਿਰ ਵੀ ਹਾਲੇ ਸਾਡੇ ਨਾਲ ਵਿਤਕਰੇ ਹੋ ਰਹੇ ਹਨ। ਸੋ ਸਿੱਖ ਚੈਨਲ ਇਸੇ ਤਰ੍ਹਾਂ ਹੀ ਬੇਨਤੀ ਕਰਦਾ ਹੈ, ਸਾਰੇ ਹੀ ਕੰਟਰੀਆਂ, ਯੂਰਪ, ਇੰਗਲੈਂਡ, ਕੈਨੇਡਾ, ਆਇਰਲੈਂਡ ਅਤੇ ਹੋਰਨਾਂ ਦੇਸ਼ਾਂ ਵਿੱਚ ਵੀ ਸਾਨੂੰ ਲੋੜ ਹੈ, ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ, ਭਾਵੇਂ ਹਰ ਹਫ਼ਤੇ ਦਸਤਾਰ ਦੀ ਅਵੇਅਰਨੈਸ ਆਪਣਿਆਂ ਨੂੰ ਤਾਂ ਸਾਨੂੰ ਲੋੜ ਵੀ ਹੈ, ਪਰ ਨਾਲ ਦੀ ਜਿਹੜੀ ਕੌਮ ਦੇ ਵਿੱਚ ਅਸੀਂ ਬੈਠੇ ਹਨ ਉਹਨਾਂ ਨੂੰ ਅਵੇਅਰਨੈਸ ਤਾਂ ਹੀ ਹੋਵੇਗੀ ਜੇ ਅਸੀਂ ਉਹਨਾਂ ਦਾ ਲਿਟਰੇਚਰ ਅਤੇ ਉਹਨਾਂ ਨੂੰ ਜਾ ਕੇ ਸਾਰਾ ਦੱਸਿਆ ਜਾਵੇ। ਸੋ ਅਸੀਂ ਵੱਧਦੇ ਹਾਂ। ਮੈਂ ਬੇਨਤੀ ਕਰਾਂਗਾ, ਜਿਸ ਵੀ ਵਿਚਾਰ ਕਿਸੇ ਵੀਰ ਜਾਂ ਭੈਣ ਨੇ ਦੇਣੇ ਹੋਣ, ਜ਼ਰੂਰ ਹੱਥ ਖੜਾ ਕਰਕੇ ਤੁਸੀਂ ਉਹ ਆਪਣੇ ਵਿਚਾਰ ਪੇਸ਼ ਕਰ ਸਕਦੇ ਹਾਂ। ਮੈਂ ਸਰਦਾਰ ਕੇਵਲ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸਮਾਂ ਇੱਥੇ ਸੇਵਾ ਕੀਤੀ ਹੈ, ਸੋ ਮੈਂ ਉਹਨਾਂ ਨੂੰ ਵੀ
ਧੰਨਵਾਦ ਕਰਦਾ ਹੋਇਆ ਮੈਂ ਇਹ ਦਸਤਾਰ ਅਵੇਅਰਨੈਸ ਡੇ ਬਾਰੇ ਉਹਨਾਂ ਦੇ ਵਿਚਾਰ ਵੀ ਅਸੀਂ ਜਾਣਨਾ ਚਾਹਾਂਗੇ। ਭਾਈ ਸਾਹਿਬ, ਭਾਈ ਕੇਵਲ ਸਿੰਘ ਜੀ। ਸਭ ਤੋਂ ਪਹਿਲਾਂ ਦੇਸਾਂ ਵਿਦੇਸਾਂ ਵਿੱਚ ਸਿੱਖ ਚੈਨਲ ਦੇਖਦੀਆਂ ਸਭ ਸਰਬੱਤ ਸਾਧ ਸੰਗਤ ਜੀ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਸਤਾਰ ਦਾ ਜੋ ਦਸਤਾਰ ਅਵੇਅਰਨੈਸ ਡੇ ਡਬਲਿਨ ਵਿੱਚ ਮਨਾਇਆ ਜਾ ਰਿਹਾ ਹੈ, ਉਹ ਅਸੀਂ ਬਹੁਤ ਸਿੱਖ ਚੈਨਲ ਦੇ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਉਡੀਕਦਿਆਂ ਨੂੰ 5 ਸਾਲ ਲੱਗੇ। ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, 5 ਸਾਲਾਂ ਬਾਅਦ ਸਾਡਾ ਨੰਬਰ ਆਇਆ। ਸੋ ਫਿਰ ਵੀ ਗੁਰੂ ਮਹਾਰਾਜ ਨੇ ਆਪ ਬਖਸ਼ਿਸ਼ ਕੀਤੀ, 5 ਸਿੱਖ 5 ਪਿਆਰੇ। ਸੋ 5ਵਾਂ ਨੰਬਰ ਸਾਡਾ ਆਇਰਲੈਂਡ ਦੇ ਵਿੱਚ ਆਇਆ। ਸੋ ਮੈਂ ਬਹੁਤ ਧੰਨਵਾਦੀ ਹਾਂ ਸਿੱਖ ਚੈਨਲ ਦਾ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ। ਸੋ ਸਾਡਾ ਫਰਜ਼ ਬਣਦਾ ਹੈ ਇਸੇ ਤਰ੍ਹਾਂ ਆਉਣ ਵਾਲੇ ਸਮਿਆਂ ਦੇ ਵਿੱਚ ਦਸਤਾਰ ਅਵੇਅਰਨੈਸ ਡੇ ਦੇ ਵਿੱਚ ਅਸੀਂ ਪਾਰਟੀਸਪੇਟ ਕਰਦੇ ਰਹੀਏ। ਸੋ ਇਸ ਕੰਮ ਨੂੰ ਅਸੀਂ ਅੱਗੇ ਲੈ ਕੇ ਜਾਈਏ, ਕਿਉਂ ਜਿਸ ਤਰ੍ਹਾਂ ਆਪਾਂ ਸੋਚਦੇ ਹਾਂ ਆਇਰਲੈਂਡ ਦੇ ਵਿੱਚ ਵੀ ਇਹੋ ਜਿਹਾ ਕੇਸ ਹੋਇਆ ਸੀ ਜੋ ਦਸਤਾਰ ਦਾ। ਸੋ ਆਪਣੇ ਸਿੰਘ ਨੂੰ ਜੋ ਕਿ ਅਪਲਾਈ ਕੀਤੀ ਗਈ ਨੌਕਰੀ ਸੀਗੀ ਉਹ ਮਿਲੀ ਨਹੀਂ ਸੀ, ਦਸਤਾਰ ਦੇ ਕਾਰਨ ਉਹਨਾਂ ਨੇ ਨੌਕਰੀ ਛੱਡਤੀ ਸੀ। ਅਸੀਂ ਦਸਤਾਰ ਨਹੀਂ ਛੱਡਣੀ ਪਰ ਨੌਕਰੀ ਛੱਡ ਦਿੱਤੀ ਉਹਨਾਂ ਨੇ। ਅਤੇ ਇਸੇ ਤਰ੍ਹਾਂ ਆਪਾਂ ਨੂੰ ਬਹੁਤ ਜ਼ਰੂਰਤ ਹੈ ਕਿ ਜੋ ਏਅਰਪੋਰਟ 'ਤੇ ਜਾਂ ਜਗ੍ਹਾ 'ਤੇ ਆਪਾਂ ਨੂੰ ਦੱਸਣ ਲਈ, ਇਸੇ ਤਰ੍ਹਾਂ ਭਾਈ ਸਤਵਿੰਦਰ ਸਿੰਘ ਹੋਣੀ ਜਾਂ ਹੋਰ ਵੀ ਆਪਣੇ ਆਰਗੇਨਾਈਜੇਸ਼ਨ ਦੇ ਮੈਂਬਰ ਜਿਸ ਤਰ੍ਹਾਂ ਬਾਹਰ ਦਸਤਾਰ ਦੇ ਬਾਰੇ ਪ੍ਰਚਾਰ ਕਰਦੇ ਆ। ਸੋ ਸਭ ਤੋਂ ਵੱਧ ਅੱਜ ਤੱਕ ਆਪਾਂ ਦੇਖਿਆ ਕਿ ਸਿੱਖ ਚੈਨਲ ਦਸਤਾਰ ਦਾ ਪ੍ਰਚਾਰ ਕਰ ਰਿਹਾ। ਆਪਾਂ ਨੂੰ ਬਹੁਤ ਸਾਥ ਦੇਣਾ ਚਾਹੀਦਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਂ ਡਾਕਟਰ ਜਸਪੀਰ ਸਿੰਘ ਪੁਰੀ ਹੈ, ਜੋ ਕਿ ਪਿਛਲੇ 26 ਸਾਲ ਤੋਂ ਆਇਰਲੈਂਡ ਦੇ ਵਿਚਕਾਰ ਰਹਿ ਰਿਹਾ। ਆਇਰਲੈਂਡ ਦੇ ਵਿਚਕਾਰ ਪਿਛਲੇ 26 ਸਾਲ ਤੋਂ ਰਹਿ ਰਹੇ ਹਾਂ। ਜਦੋਂ ਅਸੀਂ ਇਸ ਮੁਲਕ 'ਚ ਆਏ ਸੀ ਤਾਂ ਸਿਰਫ 6 ਜਾਂ 7 ਸਿੱਖ ਫੈਮਿਲੀ ਸੀ ਟੋਟਲ। ਲੇਕਿਨ ਉਸ ਸਮੇਂ ਵੀ ਸਾਡੇ ਕੋਲ ਪੁੱਛਿਆ ਜਾਂਦਾ ਸੀ ਕਿ ਉਹ ਸਾਨੂੰ ਮੁਸਲਿਮ ਸਮਝਦੇ ਸੀ, ਪਰ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਇਹ ਦੱਸਦੇ ਸੀ ਕਿ ਅਸੀਂ ਸਿੱਖ ਹਾਂ, ਗੁਰੂ ਦੇ ਸਿੱਖ ਹੈਗੇ ਆ। ਔਰ ਜਿਸ ਤਰ੍ਹਾਂ ਕਿ ਸਾਨੂੰ ਪਗੜੀ ਵੀ ਕਹਿੰਦੇ ਹੈਗੇ, ਇਹਨੂੰ ਦਸਤਾਰ ਵੀ ਕਹਿੰਦੇ ਹੈਗੇ। ਇੱਥੇ ਲੋਕ ਅੰਗਰੇਜ਼ੀ ਦੇ ਵਿਚਕਾਰ ਟਰਬਨ ਕਿਹਾ ਜਾਂਦਾ ਹੈਗਾ। ਅਤੇ ਉਹਨਾਂ ਨੂੰ ਐਕਸਪਲੇਨ ਕੀਤਾ ਗਿਆ ਕਿ ਟਰਬਨ ਕੀ ਹੁੰਦੀ ਹੈਗੀ। ਉਹਨਾਂ ਨੂੰ ਦੱਸਿਆ ਗਿਆ ਕਿ ਇਹ ਸਾਡਾ ਕਰਾਊਨ ਹੈਗਾ, ਇਸ ਸਾਈਨ ਆਫ ਰੀਗੈਲਿਟੀ, ਰਾਇਲਨੈਸ ਦੀ ਹੈਗੀ, ਬਰੇਵਰੀ ਦੀ ਹੈਗੀ, ਕਿ ਸਿੱਖ ਦੀ ਪਛਾਣ ਹੈਗੀ ਕਿ ਉਹ ਦਸਤਾਰ ਬਣ ਕੇ ਜਦੋਂ ਚੱਲਦਾ ਹੈ ਤਾਂ ਉਹਨੂੰ ਲੱਖਾਂ ਦੇ ਵਿਚਕਾਰ ਪਤਾ ਲੱਗ ਜਾਂਦਾ ਹੈ ਕਿ ਇਹ ਸਿੱਖ ਹੈ, ਇਹ ਗੁਰੂ ਦਾ ਸਿੱਖ ਹੈ, ਇਹ ਇੰਡੀਆ ਤੋਂ ਆਇਆ ਹੈਗਾ। ਇਹ ਸਭ ਨੂੰ ਪਤਾ ਲੱਗਦਾ ਹੈ। ਲੇਕਿਨ 4 ਗੋਰੇ ਜਾ ਰਹੇ हैं तो ਉਹਨਾਂ ਦਾ ਧਰਮ ਨਹੀਂ ਪਤਾ ਲੱਗਦਾ ਕਿ ਇਹ ਕ੍ਰਿਸਚਨ ਹੈ ਕਿ ਮੁਸਲਿਮ ਹੈ ਕਿ ਇਹ ਜੂ ਹੈਗਾ। ਲੇਕਿਨ ਇੱਕ ਸਿੱਖ ਜਦੋਂ ਜਾਂਦਾ ਹੈ, ਇਹ ਦਸਤਾਰ ਹੈ, ਇਹ ਸਾਡੇ ਗੁਰੂਆਂ ਦੀ ਜਿਹੜੀ ਸਾਨੂੰ ਦੇਣ ਹੈ ਦਸਤਾਰ ਦੀ, ਉਹਦੇ ਕਰਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਸਿੱਖ ਹੈਗੇ ਹਾਂ ਔਰ ਇੰਡੀਆ ਤੋਂ ਆਏ ਹੈਗੇ ਹਾਂ। ਸਾਡਾ ਓਰੀਜਨ ਵੀ ਪਤਾ ਲੱਗਦਾ। ਇੱਕ ਵੀਰਤਾ ਦੀ ਨਿਸ਼ਾਨੀ ਹੈਗੀ, ਪਿਓਰਟੀ ਦੀ ਨਿਸ਼ਾਨੀ ਹੈਗੀ। ਔਰ ਨਾਲੇ ਅਗਰ ਜੇ ਮੈਡੀਕਲੀ ਵੀ ਦੇਖੋ ਤਾਂ ਜਿਹੜੇ ਸਿਰ ਦੀ ਬੰਨਿਆ ਜਾਂਦਾ ਹੈਗਾ ਅਤੇ ਇਹਦੇ ਨਾਲ ਤੁਹਾਡੀ ਜਿਹੜੀ ਆਪਣੀਆਂ ਹੱਡੀਆਂ ਹੈਗੀਆਂ ਉਹ ਵੀ ਨਾਲ ਦਰੁਸਤ ਰਹਿੰਦੀਆਂ ਹੈਗੀਆਂ। ਐਵਾਪੋਰੇਸ਼ਨ ਕਾਜ਼ਿਸ ਕੂਲਿੰਗ, ਜਦੋਂ ਪਸੀਨਾ ਆਏਗਾ ਸਿਰ ਦੇ ਵਿਚਕਾਰ ਕੂਲਨੈਸ ਰਹੇਗੀ। ਪਾਵਰ ਹਾਊਸ ਹੈਗਾ ਸਾਡਾ ਇੱਕ ਕਰਾਊਨ ਹੈਗਾ, ਸਾਨੂੰ ਇਹਨੂੰ ਸੰਭਾਲ ਕੇ ਰੱਖਣਾ ਹੈ। ਅਸੀਂ ਸਿੱਖ ਚੈਨਲ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਹੈਗਾ ਪਿਛਲੇ 5 ਸਾਲ ਤੋਂ। ਇਸ ਸਮੇਂ ਡਬਲਿਨ ਦਾ ਨੰਬਰ ਆਇਆ ਹੈਗਾ। ਦੂਸਰੀ ਚੀਜ਼, ਜਿੱਥੇ ਵੀ ਸਿੱਖ ਸੰਗਤ ਵਸਦੀ ਹੈਗੀ, ਉਹਨਾਂ ਨੂੰ ਆਪਣੇ ਲਾਈਕ ਯੂਰਪ ਦੇ ਅੰਦਰ ਯੂਰੋਪੀਅਨ ਮੈਂਬਰ ਆਫ ਪਾਰਲੀਮੈਂਟਸ ਨੂੰ ਪਟੀਸ਼ਨ ਕਰਨੀ ਚਾਹੀਦੀ ਹੈ ਕਿ ਇਹ ਸਾਡੀ ਦਸਤਾਰ ਹੈਗੀ ਔਰ ਸਾਡਾ ਇੱਕ ਕਕਾਰ ਹੈਗਾ, ਕੰਪਲਸਰੀ ਕਕਾਰ ਹੈਗਾ ਇਹ ਕੇਸਾਂ ਦੇ ਨਾਲ, ਕਿਉਂਕਿ ਕੇਸਾਂ ਦੀ ਸੰਭਾਲ ਕਰਨ ਵਾਸਤੇ ਸਾਨੂੰ ਦਸਤਾਰ ਬਹੁਤ ਜ਼ਰੂਰੀ ਹੈਗੀ। ਇਹ ਸਾਡਾ ਪਾਰਟ ਹੈਗਾ, ਸਾਡੀ ਬਾਡੀ ਦਾ ਪਾਰਟ ਹੈਗਾ। ਇਹਨੂੰ ਰੱਖਣਾ ਹੈਗਾ ਅਸੀਂ ਸੰਭਾਲ ਕੇ ਔਰ ਆਪਣੀ ਸ਼ਾਨ ਦੇ ਨਾਲ ਰਹਿਣਾ ਹੈਗਾ। ਔਰ ਸਾਨੂੰ ਉਹਨਾਂ ਨੂੰ ਪਟੀਸ਼ਨ ਕਰਨੀ ਚਾਹੀਦੀ ਹੈ ਤਾਂ ਕਿ ਹਰ ਏਅਰਪੋਰਟ, ਹਰ ਪੁਲਿਸ ਮਹਿਕਮੇ ਨੂੰ ਇਸ ਦੇ ਬਾਰੇ 'ਚ ਪਤਾ ਹੋਏ। ਡਬਲਿਨ ਦੇ ਅੰਦਰ ਉਹਨਾਂ ਨੂੰ ਪਤਾ ਹੈਗਾ। ਅਸੀਂ ਸ਼ੁਰੂ ਤੋਂ ਉਹਨਾਂ ਨੂੰ ਦੱਸਦੇ ਰਹੇ ਹੈਗੇ। ਪਹਿਲੇ ਗਾਰਡਾ ਸ਼ਿਆਕੋਨਾ ਦੇ ਨਾਲ ਇੰਟਰ ਫੇਥ ਔਰ ਇੰਟਰਕਲਚਰ ਡਾਈਵਰਸਿਟੀ ਦੇ ਪ੍ਰੋਗਰਾਮਸ ਦੇ ਅੰਦਰ ਉਹਨਾਂ ਨੂੰ ਮਾਲੂਮ ਹੈ ਔਰ ਪੁਲਿਸ ਵਾਲਿਆਂ ਨੂੰ ਜ਼ਿਆਦਾ ਮਾਲੂਮ ਹੈਗਾ ਕਿ ਪਗੜੀ ਕੀ ਹੈਗੀ, ਦਸਤਾਰ ਕੀ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਗੁਰਬੀਰ ਸਿੰਘ ਜੀ,
ਪੁਰੀ ਸਾਹਿਬ, ਜੋ ਇਸ ਗੁਰੂ ਘਰ ਦੇ ਫਾਊਂਡਰ ਮੈਂਬਰ ਹਨ, ਜੋ 25-26 ਸਾਲ ਤੋਂ ਆਇਰਲੈਂਡ ਦੇ ਵਿੱਚ ਰਹਿ ਰਹੇ ਹਨ। ਬਹੁਤ ਹੀ ਸਤਿਕਾਰਯੋਗ ਪਰਿਵਾਰ ਹੈ। ਸੋ ਗੁਰਮਤ ਅਸੂਲਾਂ ਦੇ ਨਾਲ ਗੁਰੂ ਘਰ ਦੇ ਵਿੱਚ ਬਹੁਤ ਚਿਰ ਤੋਂ ਸੇਵਾ ਵੀ ਕਰਦੇ ਹਨ। ਸੋ ਧੰਨਵਾਦ ਹੈ ਸਿੱਖ ਚੈਨਲ ਜਦੋਂ ਵੀ ਆਉਂਦਾ ਹੈ, ਇਹ ਆਪਣੇ ਸ਼ੁਭ ਵਿਚਾਰਾਂ ਰਾਹੀਂ ਸਿੱਖ ਚੈਨਲ ਤੋਂ ਆਪਣੀ ਆਵਾਜ਼ ਦਿੰਦੇ ਹਨ। ਸੋ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਚੈਨਲ ਵੇਖ ਰਹੀਆਂ ਸਭ ਸੰਗਤਾਂ ਨੂੰ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜੋ ਅੱਜ ਇਹ ਇੱਥੇ ਸਾਡੇ ਆਇਰਲੈਂਡ ਵਿੱਚ ਡਬਲਿਨ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ। ਮੈਂ ਇਸ ਗੱਲ ਦੀ ਸਿੱਖ ਚੈਨਲ ਨੂੰ ਬਹੁਤ ਬਹੁਤ ਤਹਿ ਦਿਲੋਂ ਵਧਾਈ ਦਿੰਦਾ ਹਾਂ, ਆਪਣੇ ਕਮੇਟੀ ਵੱਲੋਂ ਅਤੇ ਡਬਲਿਨ ਤੇ ਆਇਰਲੈਂਡ ਦੀਆਂ ਸੰਗਤਾਂ ਵੱਲੋਂ। ਇੱਕ ਬੜਾ ਹੀ ਗੰਭੀਰ ਮੁੱਦਾ ਹੈ ਅਸਲ ਵਿੱਚ, ਵੀ ਜਿਹੜਾ ਪਿਛਲੇ 5 ਸਾਲਾਂ ਤੋਂ ਸਿੱਖ ਚੈਨਲ ਨੇ ਉਠਾਇਆ ਹੈ। ਤੇ ਉਸ ਤੋਂ ਪਹਿਲੋਂ ਮੈਨੂੰ ਨਹੀਂ ਲੱਗਦਾ ਕਿ ਕਿਤੇ ਇਹਦੇ ਬਾਰੇ ਇੰਨੇ ਵੱਡੇ ਪੱਧਰ ਤੇ ਗੱਲ ਹੋਈ ਹੋਵੇ। ਤੇ ਸਿੱਖਾਂ ਦੇ ਵਾਸਤੇ ਜੇ ਦਸਤਾਰ ਹੈ, ਇਹ ਸਭ ਤੋਂ ਮੂਲ ਹੈ, ਮੁੱਢ ਹੈ। ਗੁਰੂ ਸਾਹਿਬਾਂ ਨੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਆਪਾਂ ਨੂੰ ਕਰਾਉਨ ਔਰ ਦਸਤਾਰ ਬਖਸ਼ੀ ਹੈ। ਤੇ ਮੈਂ ਕੁਛ ਸੁਣਿਆ ਹੈ ਇਤਿਹਾਸ ਦੇ ਵਿੱਚ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਕਿ ਸਿੱਖ ਧਰਮ ਦੇ ਬਾਨੀ ਹਨ, ਉਹਨਾਂ ਨੇ ਵੀ ਵੈਰੀ ਫਸਟ ਡੇ ਜਿਸ ਦਿਨ ਉਹ ਸਕੂਲ ਗਏ ਸੀਗੇ, ਉਹਨਾਂ ਨੇ ਵੀ ਦਸਤਾਰ ਧਾਰਨ ਕੀਤੀ ਸੀਗੀ। ਤੇ ਇਸ ਤਰ੍ਹਾਂ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਆਪਣੇ ਜਿਹੜੇ ਗਾਂ ਆਉਣ ਵਾਲੀ ਪੀੜ੍ਹੀ ਹੈ ਜਾਂ ਆਪਣੇ ਛੋਟੇ ਵੀਰ ਹਾਂ, ਜਿਨ੍ਹਾਂ ਨੂੰ ਸਾਰਿਆਂ ਨੂੰ ਇਸ ਚੀਜ਼ ਬਾਰੇ ਦੱਸਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਅਵੇਅਰ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਲੋਕਾਂ ਅੱਗੇ ਰੱਖ ਸਕੀਏ ਤੇ ਦੱਸ ਸਕੀਏ ਕਿ ਅਸੀਂ ਲੋਕ ਕੌਣ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਕੋਲ ਬੱਚੀ ਬੈਠੀ ਹੈ, ਜਿਨ੍ਹਾਂ ਨੂੰ ਗਿਨਿੰਦਰ ਕੌਰ। ਸੋ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ, ਕਿਉਂਕਿ ਤੁਸੀਂ ਵੀ ਪੜ੍ਹ ਲਿਖੇ ਆਏ ਹੋ, ਦਿੱਲੀ ਦੇ ਬੱਚੇ ਹੋ, ਤੁਸੀਂ ਕੋਈ ਵੀ ਪੈਨਲ ਨੂੰ ਕੋਈ ਸਵਾਲ ਕਰਨਾ ਹੋਵੇ, ਤੁਸੀਂ ਵੀ ਉੱਠ ਕੇ ਆਪਣਾ ਨਾਂ ਦੱਸ ਕੇ ਤੁਸੀਂ ਸਵਾਲ ਕਰ ਸਕਦੇ ਹੋ, ਤੇ ਪੈਨਲ ਵਿੱਚੋਂ ਤੁਹਾਨੂੰ ਇਹਦਾ ਵੀ ਜਵਾਬ ਦਿੱਤਾ, ਜਾਂ ਤੁਸੀਂ ਤੁਹਾਡੇ ਆਪਣੇ ਮਨ ਦੇ ਵਿੱਚ ਕੋਈ ਸਿੱਖ ਦਸਤਾਰ ਬਾਰੇ ਕੋਈ ਵੀ ਵਿਚਾਰ ਹੋਵੇ ਦੇ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਇਹ ਹੈਗਾ ਹੈ ਕਿ ਜਿਵੇਂ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਦੀ ਯੰਗਸਟਰ ਕਾਫੀ ਅਬਰੋਡ ਆਉਂਦੀ ਹੈ, ਤੇ ਭਾਵੇਂ ਉਹ ਆਂਦੀ ਸਿੱਖ ਟਰਬਨ ਵਿੱਚ ਹੈਗੀ ਹੈ, ਤੇ ਉਸ ਤੋਂ ਬਾਅਦ ਉਹ ਇੱਕਦਮ ਕਲੀਨ ਸ਼ੇਵਨ ਹੋ ਜਾਂਦੀ ਹੈ, ਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਉਹਨਾਂ ਦੇ ਆਪਣੇ, ਕਿਉਂਕਿ ਉਹਨਾਂ ਦਾ ਮਨ ਸਿੱਖੀ ਤੋਂ ਡੋਲ ਜਾਂਦਾ ਹੈਗਾ। ਦਾਸ ਪਿਛਲੇ 32 ਸਾਲ ਤੋਂ 1980 ਤੋਂ ਇੰਡੀਆ ਛੱਡਿਆ ਹੈ, 4 ਕੰਟੀਨੈਂਟ ਦੇ ਵਿਚਕਾਰ ਕੰਮ ਕੀਤਾ ਹੈਗਾ। ਉਹਦੇ ਟਿਲ ਟੁਡੇ ਅੱਜ ਤੱਕ ਪਗੜੀ ਬੜੀ ਔਕੜਾਂ ਆਉਂਦੀਆਂ ਹੈਗੀਆਂ, ਪਰ ਇਹਨੂੰ ਨਹੀਂ ਛੱਡਣਾ ਚਾਹੀਦਾ। ਜਦੋਂ ਇੱਥੇ 9/11 ਹੋਇਆ ਸੀ, ਉਸ ਸਮੇਂ ਵੀ ਇੱਥੇ ਦੇ ਇੱਕ ਨਾਈ ਦਾ ਫੋਨ ਸਾਨੂੰ ਆਇਆ ਕਿ ਕੀ ਗੱਲ ਹੈ, ਸਰਦਾਰਾਂ ਦੇ ਮੁੰਡੇ ਆ ਕੇ ਇੱਥੇ ਵਾਲ ਕਟਾ ਰਹੇ ਨੇ, ਕੇਸਾਂ ਦੇ ਕਤਲ ਕਰ ਰਹੇ ਨੇ ਆਪਣੇ, ਕੀ ਗੱਲ ਹੈਗੀ। ਤੇ ਫਿਰ BBC ਰੇਡੀਓ ਦੇ ਉੱਤੇ ਵੀ ਉਹਨਾਂ ਨੇ ਇੰਟਰਵਿਊ ਦੇ ਨਾਲ ਸਾਡੀ ਗੱਲ ਹੋਈ ਸੀ। ਔਰ ਕਿਉਂਕਿ ਜੌਬਸ ਤਾਂ ਮੈਨੂੰ ਪਤਾ ਹੈ ਇੱਥੇ ਪ੍ਰੋਬਲਮਸ ਹੁੰਦੀ ਹੈਗੀ ਕਈ ਜਗ੍ਹਾ 'ਤੇ, ਸਪੈਸ਼ਲੀ ਰੈਸਟੋਰੈਂਟਸ, ਹੋਟਲ ਇੰਡਸਟਰੀ ਦੇ ਵਿਚਕਾਰ ਉਹਨਾਂ ਨੂੰ ਨਹੀਂ ਮਿਲਦੀ। ਪਰ ਖਾਲੀ ਇਹਨਾਂ 'ਤੇ ਜੌਬ ਨਹੀਂ ਹੈਗੀ, ਜੌਬਸ ਹੋਰ ਵੀ ਹੈਗੀ। ਇਹ ਉਹਨਾਂ ਦਾ ਆਪਣਾ ਜਿਹੜਾ ਦਿਲ ਹੈਗਾ, ਆਪਣਾ ਉਹਨਾਂ ਨੂੰ ਗੁਰਮਤ ਤੋਂ ਡੋਲਣਾ ਨਹੀਂ ਚਾਹੀਦਾ। ਜਿਹੜੇ ਸਿੱਖਾਂ ਦੇ ਘਰ ਜਨਮੇ ਨੇ, ਉਹਨਾਂ ਦਾ ਅਕਾਲ ਪੁਰਖ ਨੇ ਆਪ ਫੈਸਲਾ ਕੀਤਾ ਹੋਇਆ ਕਿ ਤੁਸੀਂ ਸਿੱਖ ਬਣਨਾ ਹੈਗਾ। ਅਗਰ ਜੋ ਆਪ ਆ ਕੇ ਡੋਲਦੇ ਨੇ, ਪਤਾ ਮਜਬੂਰੀਆਂ ਆਉਂਦੀਆਂ ਨੇ, ਲੇਕਿਨ ਆਪ ਡੋਲਣਾ ਨਹੀਂ। ਉਸ ਗੁਰੂ ਦਾ, ਰੱਬ ਦਾ ਆਸਰਾ ਲੈ ਕੇ ਚਲੋ ਤੇ ਸਭ ਕੁਝ ਹੁੰਦਾ ਹੈ। 1980 ਤੋਂ ਬਾਹਰ ਹੈਗਾ, ਔਰ 1980 ਤੋਂ ਅੱਜ ਤੱਕ ਦਸਤਾਰ ਸਜਾ ਕੇ ਰੱਖੀ ਹੈ, ਔਰ ਸਿੱਖੀ ਦੇ ਕਿਧਰੋਂ ਪਤਿਤ ਨਹੀਂ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਮੇਰਾ ਸਵਾਲ ਹੈਗਾ ਹੈ ਕਿ ਫਿਰ ਤੁਸੀਂ ਆਉਣ ਵਾਲੀ ਜਨਰੇਸ਼ਨ ਨੂੰ ਕਿਵੇਂ ਇਨਕਰੇਜ ਕਰੋਗੇ ਸਿੱਖੀ ਵਾਸਤੇ? ਜਿਵੇਂ ਤੁਹਾਨੂੰ ਪਤਾ ਹੈ ਸਾਡੇ ਗੁਰੂਆਂ ਨੇ ਇੰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ
ਬਹੁਤ ਅੱਛਾ ਕੁਐਸਚਨ ਪੁੱਛਿਆ। ਆਉਣ ਵਾਲੀ ਜਨਰੇਸ਼ਨ ਬਾਰੇ ਅਸੀਂ ਕੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸਿੱਖ ਚੈਨਲ ਉਪਰਾਲਾ ਕਰ ਰਿਹਾ, ਸਾਨੂੰ ਵੱਧ ਤੋਂ ਵੱਧ ਮੀਡੀਆ ਦੇ ਵਿੱਚ ਜਾ ਕੇ ਦੱਸਣਾ ਚਾਹੀਦਾ। ਸੋ ਜਿਨ੍ਹਾਂ ਨੂੰ ਨਹੀਂ ਸਿੱਖ ਦਸਤਾਰ ਬਾਰੇ ਪਤਾ, ਉਹਨਾਂ ਨੂੰ ਪਤਾ ਲੱਗ ਸਕੇ। ਉਸ ਤੋਂ ਜ਼ਿਆਦਾ ਸਾਨੂੰ ਇਹ ਕਰਨਾ ਚਾਹੀਦਾ, ਜੋ ਕਿ ਸਾਡੇ ਆਗੂ ਆ ਉਹ ਇੰਨੇ ਕੁ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਜੋ ਕਿ ਮਲਟੀ ਲੈਂਗੁਏਜ ਦੇ ਵਿੱਚ ਐਕਸਪਲੇਨ ਕਰ ਸਕਣ, ਉੱਥੇ ਜਾ ਕੇ ਦੱਸ ਸਕਣ ਵੀ ਸਾਡੇ ਦਸਤਾਰ ਦੀ ਮਹੱਤਤਾ ਕੀ ਆ। ਕਈ ਵਾਰੀ ਅਸੀਂ ਦੇਖ ਲੈਂਦੇ ਹਾਂ, ਏਜ ਦੇਖ ਕੇ ਆਪਣੇ ਆਗੂ ਚੁਣ ਲੈਂਦੇ ਹਾਂ ਅਤੇ ਉਹਨਾਂ ਦੀ ਐਜੂਕੇਸ਼ਨ ਨਹੀਂ ਦੇਖਦੇ। ਸੋ ਸਾਨੂੰ ਸਾਰਿਆਂ ਤੋਂ ਪਹਿਲਾਂ ਇਹ ਦੋ ਹੀ ਚੀਜ਼ਾਂ ਦੇਖਣ ਦੀ ਲੋੜ ਹੈ। ਇੱਕ ਸਾਨੂੰ ਮੀਡੀਆ ਦੀ, ਉਸ ਮੀਡੀਆ ਦਾ ਸਾਥ ਦੇਣਾ ਚਾਹੀਦਾ ਜੋ ਸੱਚ ਦੀ ਆਵਾਜ਼ ਉਠਾਉਂਦਾ ਹੈ। ਦੂਸਰੇ ਜੋ ਅਸੀਂ ਆਗੂ ਚੁਣਦੇ ਹਾਂ ਆਉਣ ਵਾਲੇ, ਆਪਾਂ ਕਿਸੇ ਵੀ ਹੋਰ ਔਰਗਨਾਈਜੇਸ਼ਨ ਨੂੰ ਦੇਖਦੇ ਹਾਂ, ਬੜੇ ਪੜ੍ਹੇ ਲਿਖੇ ਆਉਂਦੇ ਆ, ਉਹਨਾਂ ਨੇ ਜੇ ਇੰਗਲਿਸ਼ ਦੇ ਵਿੱਚ ਜਾਣਾ ਤਾਂ ਇੰਗਲਿਸ਼ 'ਚ ਗੱਲ ਕਰਨੀ ਆ, ਕਿਤੇ ਹੋਰ ਕੋਈ ਲੈਂਗੁਏਜ ਦੇ ਵਿੱਚ ਜਾਂਦਾ ਘੱਟ ਤੋਂ ਘੱਟ 4-4 5-5 ਲੈਂਗੁਏਜ ਬੋਲਦੇ। ਪਰ ਜਿਹੜੇ ਸਾਡੇ ਆਗੂ ਆ ਉਹ ਇੰਨੇ ਪੜ੍ਹੇ ਲਿਖੇ ਨਹੀਂ, ਉਹ ਐਕਸਪਲੇਨ ਨਹੀਂ ਕਰ ਸਕਣ। ਅਤੇ ਕਈ ਵਾਰੀ ਸਾਨੂੰ ਕੋਰਟ ਦੇ ਵਿੱਚੋਂ ਚਿੱਠੀ ਆ ਜਾਂਦੀ, ਉਹ ਵੀ ਅਸੀਂ ਗਵਾਂਢੀ ਕੋਲੋਂ ਪੜ੍ਹਾਉਣ ਜਾਂਦੇ ਹਾਂ। ਸੋ ਸਾਡੇ ਆਗੂ ਵੀ ਕਈ ਵਾਰੀ ਇੱਦਾਂ ਦੇ ਸਾਨੂੰ ਇਹ ਉਪਰਾਲੇ ਕਰਨੇ ਚਾਹੀਦੇ ਆ। ਸੋ ਮੈਨੂੰ ਲੱਗਦਾ ਵੀ ਇਹ ਮੇਰਾ ਆਨਸਰ ਨਫ ਹੈ। ਅਤੇ ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਭਾਈ ਕਮਲਦੀਪ ਸਿੰਘ ਹੋਣਾ ਨੂੰ, ਉਹ ਵੀ ਦਸਤਾਰ ਦੇ ਬਾਰੇ ਦੱਸਣ। ਸੋ ਜੋ ਵੀ ਮਹੱਤਤਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਆਪਾਂ ਜਿਸ ਅਵੇਅਰਨੈਸ, ਦਸਤਾਰ ਅਵੇਅਰਨੈਸ ਦੀ ਗੱਲ ਕਰਦੇ ਹਾਂ, ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਵੈਲ ਐਂਡ ਗੁੱਡ। ਚਲੋ ਆਪਾਂ ਆਪਣਾ ਜ਼ਰੂਰੀ ਹੈ, ਹਰ ਸੈਕਟਰ ਵਿੱਚ, ਹਰ ਖਿੱਤੇ ਵਿੱਚ ਆਪਾਂ ਨੂੰ ਅਵੇਅਰਨੈਸ ਲੈਣੀ ਜ਼ਰੂਰੀ ਹੈ। ਜਿਵੇਂ ਕਿ ਆਪਣਾ ਇੱਕ ਡਬਲਿਨ ਦਾ ਹੀ ਕੇਸ ਹੈਗਾ ਹੈ ਕਿ ਭਾਈ ਸਾਹਿਬ ਦੀ ਦਸਤਾਰ ਕਰਕੇ ਉਹਨਾਂ ਨੂੰ ਜੋਬ ਨਹੀਂ ਮਿਲੀ। ਪਰ ਉਸ ਤੋਂ ਪਹਿਲਾਂ ਆਪਾਂ ਨੂੰ ਆਪਣੇ ਆਪ 'ਤੇ ਫੋਕਸ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜੇ ਆਪਾਂ ਹੋਰ ਧਰਮਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਇਹ ਨਹੀਂ ਹੋਊਗਾ ਕਿ ਉਹ ਸਹਿਜਧਾਰੀ ਹੈ, ਉਹ ਮਤਲਬ ਉਹਨਾਂ ਦੇ ਵਿੱਚ ਵੈਰਾਇਟੀਜ਼ ਘੱਟ ਹੋਣਗੀਆਂ ਸ਼ਾਇਦ। ਅਤੇ ਉਹ ਜੇ ਇੱਕ ਨਿਸ਼ਚਿਤ ਹੈਗੇ ਹੈ ਅਤੇ ਉਹ ਹੈਗੇ, ਉਹਦੇ ਨਾਲ ਉਹ ਕੰਪਰੋਮਾਈਜ਼ ਨਹੀਂ ਕਰਦੇ। ਆਪਣਾ ਸਿੱਖ ਧਰਮ 'ਚ ਖਾਸ ਕਰਕੇ ਬੜੇ ਤਕੜੇ ਵਿਤਕਰੇ ਹੈਗੇ ਆ। ਕੋਈ ਹੁਣ ਫੋਰ ਐਗਜ਼ਾਮਪਲ ਜੇ ਆਪਣੀ ਗੱਲ ਕਹਾਂਗੇ, ਮੈਂ ਜਾ ਕੇ ਜੋਬ ਅਪਲਾਈ ਕਰਦਾ ਅਤੇ ਮੈਂ ਕਹੂੰਗਾ ਕਿ ਨਹੀਂ, ਮੈਂ ਆਪਣੇ ਕੇਸ ਨਹੀਂ ਕਤਲ ਕਰ ਸਕਦਾ, ਮੈਂ ਆਪਣੇ 5 ਕਗਰ ਧਾਰਨੇ ਹੈ। ਕੋਈ ਦੂਜਾ ਸਿੱਖ ਜਾਊਗਾ ਅਤੇ ਉਹ ਕਹੂਗਾ ਨਹੀਂ, ਮੈਂ ਵਾਲੰਟੀਅਰ ਕਰਦਾ ਵੀ ਮੈਂ ਕਲੀਨ ਸ਼ੇਵ ਹੋ ਕੇ ਜੋਬ ਆ ਜਾਊਗਾ। ਅਤੇ ਬਾਹਰ ਵੀ ਫੋਕਸ ਕਰਨਾ ਜ਼ਰੂਰੀ ਹੈ, ਪਰ ਉਸ ਤੋਂ ਪਹਿਲਾਂ ਆਪਣੇ ਆਪ 'ਚ, ਆਪਣੀ ਕਮਿਊਨਿਟੀ 'ਚ ਸਾਨੂੰ ਇੱਕ ਹੋਣ ਦੀ ਬਹੁਤ ਜ਼ਰੂਰਤ ਹੈ। ਅਤੇ ਸਤਿਗੁਰਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ। ਉਹਨਾਂ 'ਤੇ ਭਰੋਸਾ ਕਰਕੇ ਚੱਲਣਾ। ਇੱਕ ਸਮਾਂ ਆਇਆ ਸੀਗਾ ਜਦੋਂ ਮੇਰੇ 'ਤੇ ਵੀ ਇਹ ਸਮਾਂ ਆਇਆ ਸੀ ਬਈ ਕੇਸ ਕਤਲ ਕਰਾਉਣ ਦੀ ਨੌਬਤ ਆ ਗਈ ਸੀਗੀ, ਜੋਬਾਂ ਨਹੀਂ ਮਿਲਦੀਆਂ ਸੀਗੀਆਂ, ਪਰ ਥੋੜ੍ਹਾ ਜਿਹਾ ਸਹਾਰਾ ਮਿਲਿਆ ਅਤੇ ਮਹਾਰਾਜ ਨੇ ਕਿਰਪਾ ਕੀਤੀ, ਬਚਾ ਲਿਆ। ਸੋ ਬੇਨਤੀ ਇਹੋ ਹੈ ਕਿ ਆਪਣਾ ਏਕਾ ਅਤੇ ਮਹਾਰਾਜ 'ਤੇ ਨਿਸ਼ਚੈ ਰੱਖੀਏ, ਮਹਾਰਾਜ ਆਪੇ ਕਾਰਜ ਸਫਲੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਹੋਣਾ ਨੂੰ, ਸੋ ਉਹ ਵੀ ਆਪਣੇ ਵਿਚਾਰ ਦੇਣ। ਦਸਤਾਰ ਗੁਰੂ ਸਾਹਿਬ ਵੱਲੋਂ ਸਾਨੂੰ ਕਰਾਊਨ ਮਿਲਿਆ ਜਿੱਦਾਂ, ਪਰ ਜਦੋਂ ਅਸੀਂ ਬਾਹਰਲੇ ਮੁਲਕਾਂ ਵਿੱਚ ਜਾਂਦੇ ਹਾਂ ਤਾਂ ਲੋਕਾਂ ਨੂੰ ਮੋਸਟਲੀ ਹੋ ਜਾਂਦਾ ਵੀ ਇਹ ਪਤਾ ਨਹੀਂ ਮੁਸਲਿਮ ਹੈ। ਅਤੇ ਸਾਡੇ ਵਿੱਚ ਇਹ ਵੀ ਬਹੁਤ ਚਾਹੀਦਾ, ਆਪਾਂ ਜਿਵੇਂ ਅਵੇਅਰਨੈਸ ਕਰਨੀ ਹੈ ਲੋਕਾਂ ਨੂੰ। ਵੱਧ ਤੋਂ ਵੱਧ ਜਿਹੜੇ ਪਗੜੀਧਾਰੀ ਸਿੱਖ ਹੈ, ਜਿਹੜੇ ਮਤਲਬ ਦਸਤਾਰ ਸਜਾਉਂਦੇ ਨੇ, ਉਹ ਵੱਧ ਤੋਂ ਵੱਧ ਸੋਸ਼ਲ ਇਵੈਂਟ ਵਿੱਚ ਜ਼ਰੂਰ ਹਿੱਸਾ ਲੈਣ। ਜਿਵੇਂ ਕੋਈ ਚੈਰੀਟੇਬਲ ਵਰਕ ਹੁੰਦਾ ਕਮਿਊਨਿਟੀ ਦੇ ਵਿੱਚ, ਜਾਂ ਫਿਰ ਕੋਈ ਮਤਲਬ ਸਪੋਰਟਸ ਇਵੈਂਟ ਹੁੰਦੇ ਆ, ਤਾਂ ਲੋਕਾਂ ਦੇ ਵਿੱਚ ਪਹਿਚਾਣ ਬਣੇ ਅਤੇ ਲੋਕਾਂ ਦੇ ਵਿੱਚ ਆਪਾਂ ਇੰਟੀਗ੍ਰੇਟ ਹੋਈਏ, ਲੋਕਾਂ ਨੂੰ ਪਤਾ ਲੱਗੇ ਸਾਡੇ ਨਾਲ ਗੱਲ ਕਰਨ 'ਤੇ। ਇਹ ਨਹੀਂ ਵੀ ਅਸੀਂ ਸੈਪਰੇਟ ਰਹੀਏ, ਲੋਕਾਂ ਨੂੰ ਪਤਾ ਨਾ ਹੋਵੇ ਵੀ ਇਹ ਕੌਣ ਹੈ। ਅਤੇ ਇੱਕ ਸਾਡੇ ਕੋਲ ਬਹੁਤ ਵਧੀਆ ਮੌਕਾ ਹੈ ਨਾ। ਅਤੇ ਬਾਕੀ ਸਿੱਖਾਂ ਦੀ ਪਛਾਣ ਤਾਂ ਅਲੱਗ ਪਤਾ ਲੱਗ ਹੀ ਜਾਂਦੀ, ਲੋਕ ਤੁਹਾਡੇ ਕੋਲ ਆਪ ਹੀ ਆ ਕੇ ਪੁੱਛਦੇ ਆ ਫਿਰ ਵੀ ਤੁਸੀਂ ਇਹ ਪਗੜੀ ਸਜਾਈ ਹੈ, ਫਿਰ ਤੁਸੀਂ ਆਪ ਐਕਸਪਲੇਨ ਕਰੋ, ਪਰ ਉਹਨਾਂ ਨੂੰ ਰੀਜ਼ਨ ਆਪਾਂ ਸਹੀ ਦਈਏ। ਅਤੇ ਬਾਕੀ ਮਹਾਰਾਜ ਆਪ ਸਹਾਈ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਹੋਣਾ ਨੇ ਆਪਾਂ ਨੂੰ ਬਹੁਤ ਵਧੀਆ ਵਿਚਾਰ ਦਿੱਤੇ। ਇਸੇ ਤਰ੍ਹਾਂ ਜਿਸ ਤਰ੍ਹਾਂ ਇੱਥੇ ਆਇਰਲੈਂਡ ਦੇ ਵਿੱਚ ਬਹੁਤ ਯੰਗਸਟਰ ਕੰਮ ਕਰ ਰਹੇ ਆ, ਬੜੇ ਬੜੇ ਕੰਮ ਕਰ ਰਹੇ ਆ, ਦਾੜੇ ਪ੍ਰਕਾਸ਼ 'ਤੇ ਆ। ਇਸੇ ਤਰ੍ਹਾਂ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਹੋਣਾ ਨੂੰ। ਸੋ ਇਹ ਇੱਥੇ ਟੈਕਸੀ ਦੀ ਜੋਬ ਕਰਦੇ। ਕਈ ਵਾਰੀ ਆਪਾਂ ਇਹ ਗੱਲ ਕਹਿ ਦਿੰਦੇ ਹਾਂ, ਦਾਸ ਵੀ ਉਹ ਇਹੀ ਜੋਬ ਕਰਦਾ ਵੈਸੇ ਤਾਂ, ਵੀ ਦਾੜਾ ਪ੍ਰਕਾਸ਼ ਕਰਕੇ ਆਪਾਂ ਟੈਕਸੀ ਚਲਾਉਂਦੇ ਹਾਂ, ਕੀ ਕਹਿ ਸਕਦੇ ਆ। ਸੋ
ਆਪਾਂ ਇਹਨਾਂ ਕੋਲੋਂ ਪੁੱਛਦੇ ਹਾਂ, ਇਹਨਾਂ ਨਾਲ ਕੋਈ ਇਹੋ ਜਿਹਾ ਐਕਸਪੀਰੀਅੰਸ ਹੋਇਆ ਜਿਹਦੇ ਨਾਲ ਕੋਈ ਕੁਐਸਚਨ ਕੀਤਾ ਗਿਆ ਹੋਵੇ। ਸੋ ਭਾਈ ਸਾਹਿਬ, ਭਾਈ ਗੁਰਮੀਤ ਸਿੰਘ ਜੀ, ਤੁਸੀਂ ਆਪਣੇ ਵਿਚਾਰ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਿੱਖ ਚੈਨਲਾਂ ਦਾ ਬਹੁਤ ਧੰਨਵਾਦੀ ਹਾਂ ਕਿ ਡਬਲਿਨ ਆਇਰਲੈਂਡ ਵਿੱਚ ਆਏ ਨੇ ਅਤੇ ਸਿੱਖ ਅਵੇਅਰਨੈਸ ਡੇ ਮਨਾਇਆ ਜਾ ਰਿਹਾ ਹੈ। ਮਹਾਰਾਜ ਦੀ ਬਹੁਤ ਕਿਰਪਾ ਹੈ ਵੀ ਬਹੁਤ ਸਾਰੇ ਸਿੰਘ ਨੇ ਇੱਥੇ ਜਿਹੜੇ ਬਾਹਰ ਆ ਕੇ ਜਿਨ੍ਹਾਂ ਨੂੰ ਸਿੱਖੀ ਬਾਰੇ ਪਤਾ ਲੱਗਦਾ ਹੈ, ਅਤੇ ਜਿਹੜੇ ਪਹਿਲੋਂ ਚਲੋ ਮੈਨੂੰ ਵੀ ਨਹੀਂ ਇੰਨਾ ਪਤਾ ਹੁੰਦਾ, ਇੱਥੇ ਆ ਕੇ ਸਿੱਖੀ ਦਾ ਬਹੁਤ ਗਿਆਨ ਹੋਇਆ, ਸਿੰਘਾਂ ਨਾਲ ਮਿਲੇ ਵਰਤੇ। ਜਿੱਦਾਂ ਭਾਈ ਸਾਹਿਬ ਭਾਈ ਕਮਲਦੀਪ ਨੇ ਦੱਸਿਆ ਵੀ ਗੁਰੂ ਸਾਹਿਬ 'ਤੇ ਭਰੋਸਾ ਹੋਣਾ ਚਾਹੀਦਾ। ਇੱਕ ਦਿਨ ਆਪਣੇ 'ਤੇ ਇੱਦਾਂ ਦਾ ਆਇਆ ਹੈ ਵੀ ਲੱਗਦਾ ਹੈ ਵੀ ਨਹੀਂ ਹੁਣ ਕੇਸ ਕਤਲ ਕਰਾਉਣੇ ਪੈਣੇ ਆ, ਇਸ ਤਰ੍ਹਾਂ ਨਹੀਂ ਜੋਬ ਮਿਲਣੀ, ਜਾਂ ਕੋਈ ਸਿੰਘ ਇੱਦਾਂ ਦੇ ਆਪਣੇ ਵੀ ਕਮਿਊਨਿਟੀ ਵਿੱਚ ਇੱਦਾਂ ਦੇ ਹੁੰਦੇ ਆ ਵੀ ਜਿਹੜੇ ਅਗਲੇ ਦਾ ਬਹੁਤ ਹੌਸਲਾ ਥੱਲੇ ਕਰ ਦਿੰਦੇ ਵੀ ਨਹੀਂ ਇਹ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ ਆ, ਕਟਾਉਣੇ ਪੈਣੇ ਇੱਕ ਦਿਨ ਤੈਨੂੰ। ਪਰ ਮਹਾਰਾਜ ਦੀ ਬਹੁਤ ਕਿਰਪਾ ਰਹੀ ਅਤੇ ਚੜ੍ਹਦੀ ਕਲਾ ਵਿੱਚ ਰਹੇ ਆ। ਅਤੇ ਚਲੋ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਹੁਤ ਲੇਟ ਬਖਸ਼ੀ, ਪਰ ਜਦੋਂ ਦੇ ਹੋਸ਼ ਸੰਭਾਲਿਆ ਵਾ ਅਤੇ ਕੇਸਾਂ ਦੀ ਦਾਤ ਮਿਲੀ ਰਹੀ ਆ। ਮੈਂ ਦਸਤਾਰ ਅਵੇਅਰਨੈਸ ਡੇ ਬਾਰੇ ਇੰਨਾ ਕਹਿਣਾ ਚਾਹੁੰਦਾ ਵੀ ਆਪਾਂ ਸਾਰੇ ਸਿੰਘਾਂ ਨੂੰ ਘੱਟੋ ਘੱਟ ਮਹਾਰਾਜ ਦਾ ਓਟ ਆਸਰਾ ਲੈ ਕੇ ਦਸਤਾਰ ਜ਼ਰੂਰ ਬੰਨ੍ਹਣੀ ਚਾਹੀਦੀ ਆ। ਜੇ ਆਪਾਂ ਦਸਤਾਰ ਬੰਨ੍ਹਦੇ ਹਾਂ ਤਾਂ ਸਾਡੀ ਵੱਖਰੀ ਪਛਾਣ ਹੁੰਦੀ ਆ, ਆਪਾਂ ਸਾਰਿਆਂ ਵਿੱਚ ਜਾਣੇ ਜਾਂਦੇ ਹਾਂ। ਬਸ ਮੈਂ ਇੰਨਾ ਕਹਿਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਹੁਣਾਂ ਨੇ ਵਿਚਾਰ ਦਿੱਤੇ, ਸੋ ਇਹ ਕੰਮਕਾਰ ਕਰਦੇ ਕੋਈ ਪ੍ਰੋਬਲਮ ਨਹੀਂ ਆਉਂਦੀ। ਇਸੇ ਤਰ੍ਹਾਂ ਡਬਲਿਨ ਦੇ ਵਿੱਚ ਹੋਰ ਵੀ ਜੋ ਸਿੰਘ ਦਸਤਾਰਾਂ ਸਜਾ ਕੇ ਪਬਲਿਕ ਦੇ ਵਿੱਚ ਕੰਮ ਕਰ ਰਹੇ ਆ। ਸੋ ਮੇਰੀ ਵਿਚਾਰ ਹੈ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਹੁਣਾਂ ਤੋਂ। ਸੋ ਉਹ ਆਪਣੇ ਵਿਚਾਰ ਦੱਸਣ। ਸੋ ਵੀ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਬੈਡ ਐਕਸਪੀਰੀਅੰਸ ਹੋਇਆ ਪਬਲਿਕ ਦੇ ਵਿੱਚ, ਜਾਂ ਉਹਨਾਂ ਨੇ ਕਿਸੇ ਨੇ ਕੋਈ ਕੁਐਸਚਨ ਕੀਤਾ ਹੋਵੇ। ਸੋ ਮੇਰਾ ਵਿਚਾਰ ਹੈ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਹੁਣਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵੀ ਆਪਣੇ ਗੱਲਬਾਤ ਹੋ ਰਹੀ ਹੈ ਦਸਤਾਰ ਅਵੇਅਰਨੈਸ 'ਤੇ, ਮੈਂ ਇਹ ਕਹਿਣਾ ਚਾਹਾਂਗਾ ਕਿ ਮੈਨੂੰ ਜੋ ਪਰਸਨਲੀ ਮਹਿਸੂਸ ਹੁੰਦਾ, ਇੱਕ ਤਾਂ ਆਪਾਂ ਇਹ ਦੇਖਦੇ ਹਾਂ ਵੀ ਆਪਾਂ ਨੂੰ ਜਿਹੜੀ ਆ ਸਮੱਸਿਆ ਆਉਂਦੀ ਜਦੋਂ ਆਪਾਂ ਇੰਡੀਆ ਤੋਂ ਬਾਹਰ ਆ ਜਾਂਦੇ ਹਾਂ, ਅਤੇ ਕਾਫੀ ਲੋਕਾਂ ਨੂੰ ਪਤਾ ਨਾ ਹੋਣ ਕਰਕੇ ਸਮੱਸਿਆ ਆਉਂਦੀ ਆ। ਅਤੇ ਉਸ ਸਮੱਸਿਆ ਦਾ ਹੱਲ ਕੀ ਆ? ਮੇਰੇ ਹਿਸਾਬ ਨਾਲ ਤੇ ਆਪਾਂ ਨਾ ਤਾਂ ਜਿੰਨਾ ਸੀਰੀਅਸ ਮੁੱਦਾ ਹੈਗਾ ਵਾ ਉਹਨਾਂ ਸੀਰੀਅਸ ਕਦੇ ਵਿਚਾਰ ਹੀ ਨਹੀਂ ਕੀਤਾ। ਸਾਡਾ ਜਿਹੜਾ ਸੁਭਾਅ ਨਾ ਉਹ ਇਦਾਂ ਦਾ ਵਾ ਵੀ ਜਦੋਂ ਸਾਡੇ ਪਾਣੀ ਨੱਕ ਤੱਕ ਆ ਗਿਆ ਨਾ, ਜਦੋਂ ਲੱਗਾ ਵੀ ਅਸੀਂ ਡੁੱਬਣ ਲੱਗੇ ਹਾਂ, ਫਿਰ ਅਸੀਂ ਹੱਥ ਪੱਲਾ ਮਾਰਦੇ ਹਾਂ, ਅਤੇ ਜਦੋਂ ਫਿਰ ਸਾਹ ਆਉਣ ਲੱਗ ਜਾਂਦਾ ਤਾਂ ਫਿਰ ਸਾਡਾ ਉਹੀ ਹਾਲ ਆ। ਸੋ ਸਾਡਾ ਜਿਹੜਾ ਨਾ ਕਦੇ ਵੀ ਜਿਹੜੀ ਅਪਰੋਚ ਸਾਡੀ ਕਮਿਊਨਿਟੀ ਦੀ ਸਾਰੇ ਆਲ ਓਵਰ ਵਰਲਡ ਉਹ ਹੈਗੀ ਰਿਐਕਸ਼ਨਰੀ। ਜਦੋਂ ਸਾਡੇ ਨਾਲ ਕੋਈ ਹੋ ਗਈ ਤਾਂ ਅਸੀਂ ਰੌਲਾ ਪਾ ਦੇਣਾ, ਹਾਂ ਸਾਡੇ ਮਾਰੇ ਗਿਆ, ਲੁੱਟੇ ਗਿਆ, ਸਾਡੇ ਨਾਲ ਧੱਕਾ ਹੋ ਗਿਆ। ਜਦੋਂ ਟਲ ਗਿਆ ਕੰਮ ਫਿਰ ਉੱਦਾਂ ਦਾ ਅਸੀਂ ਨਾ ਤਾਂ ਅਜੇ ਤਾਈਂ ਕਿਤੇ ਬਹੁਤ ਥੋੜ੍ਹੇ ਕੇਸਿਸ ਮਿਲਦੇ ਜਿੱਥੇ ਪ੍ਰੋਐਕਟਿਵ ਅਪਰੋਚ ਹੋਵੇ ਸਾਡੀ, ਵੀ ਸਾਨੂੰ ਪਤਾ ਵੀ ਪ੍ਰੋਬਲਮ ਆਈ ਆ, ਅਸੀਂ ਇਹ ਪ੍ਰੋਬਲਮ ਇੰਗਲੈਂਡ ਆ ਗਈ ਆ, ਸਾਨੂੰ ਵੀ ਇੱਥੇ ਆ ਜਾਣੀ ਆ, ਤਾਂ ਅਸੀਂ ਉਹਦਾ ਉਪਰਾਲਾ ਕਰੀਏ ਜਾਂ ਉਹਦੇ ਵਾਸਤੇ ਕੋਈ ਕਦਮ ਉਠਾਈਏ। ਨਹੀਂ, ਸਾਡੀ ਅਪਰੋਚ ਇਹ ਨਹੀਂ ਗੀ। ਜਿੱਥੇ ਕਿੱਥੇ ਵੀ ਸਿੱਖ ਗਏ ਆ, ਜੇ UK 100 ਸਾਲ ਪਹਿਲਾਂ ਗਿਆ, ਸਾਨੂੰ ਪਤਾ ਵੀ ਉੱਥੇ ਪ੍ਰੋਬਲਮ ਆਈਆਂ, ਅਸੀਂ ਇੱਥੇ ਕਰੀਏ। ਇੱਥੇ ਦਸਤਾਰ ਦੀ ਇੱਕ ਥਾਂ ਆ ਗਈ ਆ, ਸਕੂਲਾਂ 'ਚ ਵੀ ਆਉਣ ਡਈ ਆ, ਕੱਲ੍ਹ ਨੂੰ ਹੋਰ ਵੱਡੀ ਆ ਸਕਦੀ ਆ, ਸ੍ਰੀ ਸਾਹਿਬ ਦੀ ਆ ਸਕਦੀ ਆ। ਬੜੇ ਇਹੋ ਜਿਹੇ ਕੇਸਿਸ ਆ ਜਿਹੜੇ ਬਾਕੀ ਦੇਸ਼ਾਂ ਵਿੱਚ ਸਾਰੇ ਥਾਂ ਪ੍ਰੋਬਲਮ ਆ ਗਈ ਆ, ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ। ਜਿੱਥੇ ਦੂਜੀਆਂ ਕੰਟਰੀਆਂ ਵਿੱਚ ਸਿੱਖ ਅਜੇ ਵਸੇ ਆ, ਨਹੀਂ ਪ੍ਰੋਬਲਮ ਆਈ, ਅਸੀਂ ਵੇਟ ਹੀ ਕਰਨ ਡਏ ਆ ਵੀ ਨਹੀਂ ਸਾਡੇ ਨਾਲ ਵੀ ਉਹ ਹੋ ਹੀ ਜਾਵੇ, ਤਾਂ ਫਿਰ ਹੀ ਜਦੋਂ ਕਾਨੂੰਨ ਬਣ ਜਾਂਦੇ ਆ, ਸਾਰਾ ਕੁਝ ਬਣ ਜਾਂਦਾ, ਫਿਰ ਅਸੀਂ ਉਹਨਾਂ ਨੂੰ ਪਲਟਾਉਣ ਦੀ ਕੋਸ਼ਿਸ਼ ਕਰਦੇ ਆ, ਫਿਰ ਤਾਂ ਬਹੁਤ ਔਖਾ ਹੋ ਜਾਂਦਾ। ਸੋ ਜਿੰਨਾ ਇਹ ਸੀਰੀਅਸ ਮੁੱਦਾ ਹੈਗਾ ਉਨਾ ਸਾਡੀ ਅਪਰੋਚ ਜਿਹੜੀ ਨਾ ਉਹ ਮਤਲਬ ਕਿ ਨਹੀਂ ਹੈਗੀ। ਚਾਹੇ ਕਹਿ ਲਓ ਵੀ ਸਾਡੀ ਆਪ ਦੀ ਕਮਜ਼ੋਰੀ ਕਰਕੇ ਕਹਿ ਲਓ ਜਾਂ ਏਕੇ ਦੀ ਘਾਟ ਕਰਕੇ ਕਹਿ ਲਓ, ਅਸੀਂ ਸਾਡਾ ਜਿਹੜਾ ਇੱਦਾਂ ਦਾ ਬਣ ਗਿਆ। ਦੂਜੀ ਗੱਲ, ਤੁਸੀਂ ਜੇ ਦੱਸਦੇ ਵੀ ਆ ਤੁਹਾਡੇ ਵਾਸਤੇ ਬੜਾ ਵੱਡਾ ਇੱਕ ਮੁੱਦਾ ਵਾ। ਤੁਸੀਂ ਬਾਹਰ ਜਾਓ, ਸਿੱਖ ਨੂੰ ਕਹਿੰਦੇ ਆ ਵੀ ਗੋਰੇ ਨੂੰ ਕਿਸੇ ਨੂੰ ਕਹਿੰਦੇ ਆ, ਸਕੂਲ ਵਿੱਚ ਜਾ ਕੇ ਕਹਿੰਦੇ ਆ ਵੀ ਦਸਤਾਰ ਸਾਡੀ ਜਿਹੜੀ ਆ ਉਹ ਬੜੀ ਇੰਪੋਰਟੈਂਟ ਆ, ਅਸੀਂ ਇਹਨੂੰ ਲਾਹ ਨਹੀਂ ਸਕਦੇ ਜਾਂ ਵੱਖ ਨਹੀਂ ਹੋ ਸਕਦੇ। ਇੱਕ ਸਿੱਖ ਇਹ ਕਹਿ ਰਿਹਾ ਉਹਨਾਂ ਨੂੰ 10 ਸਿੱਖ ਇਹੋ ਜਿਹੇ ਮਿਲਦੇ ਆ ਜਿਨ੍ਹਾਂ ਨੇ ਦਸਤਾਰ ਵਲੰਟਰੀ ਲਾਈ ਹੋਈ ਆ ਆਲਰੇਡੀ। ਤੁਹਾਡਾ ਆਰਗੂਮੈਂਟ ਤੇ ਉੱਥੇ ਹੀ ਤੁਸੀਂ ਮਤਲਬ ਕਿ ਵੀਕ ਹੋ ਜਾਂਦਾ। ਸਾਨੂੰ ਦੋਨੇ ਚੀਜ਼ਾਂ ਦੀ ਲੋੜ ਆ। ਜੇ ਦਸਤਾਰ ਇੰਨੀ ਇੰਪੋਰਟੈਂਟ ਆ ਤਾਂ ਸਾਡੇ ਪਹਿਲੀ ਗੱਲ ਆ ਸਾਡੇ 'ਚ ਜਿਹੜੇ ਆ ਉਹ ਸਾਨੂੰ ਆਪ ਦਸਤਾਰ ਜਿਹੜੀ ਧਾਰਨ ਕਰਨੀ ਪਊਗੀ। ਹੁਣ ਆਪਾਂ ਕਹਿੰਦੇ ਆ ਵੀ ਇੱਥੇ ਪ੍ਰੋਬਲਮ ਆਉਂਦੀ ਆ, ਇੰਡੀਆ ਕੀ ਪ੍ਰੋਬਲਮ ਆ? ਅਸੀਂ ਨਾ ਜ਼ਿਆਦਾ ਓਨੈਸਟ ਨਹੀਂ ਆਪਣੇ ਅੰਦਰ ਝਾਤੀ ਮਾਰਨ ਵਾਸਤੇ। ਇੰਡੀਆ 90% ਲੋਕਾਂ ਨੇ ਦਸਤਾਰ ਉਤਾਰਤੀ, ਉੱਥੇ ਕੀ ਪ੍ਰੋਬਲਮ ਆ?
ਅਸੀਂ ਨਾ ਜਿਹੜੀ ਪ੍ਰੋਬਲਮ ਆ ਉਹਦਾ ਰੂਟ ਕਾਜ ਨਹੀਂ ਲੱਭਦੇ ਵੀ ਰੂਟ ਕਾਜ ਕੀ ਆ। ਰੂਟ ਕਾਜ ਕੀ ਆ? ਰੋਲ ਮਾਡਲ ਘਟ ਗਏ। ਅਸੀਂ ਦਸਤਾਰ ਬੰਨੀ ਆ, ਉੱਥੇ ਹੁਣ ਜਿਹੜੇ ਦਸਤਾਰੀ ਧਾਰੀ ਆ ਜਾਂ ਗੁਰਦੁਆਰਿਆਂ ਦੇ ਪ੍ਰਬੰਧਕ ਦੇਖ ਲਓ ਜਾਂ ਉੱਦਾਂ ਦੇਖ ਲਓ, ਸਾਡਾ ਕਰੈਕਟਰ ਏਡਾ ਡਾਊਨ ਹੋ ਗਿਆ ਵੀ ਲੋਕ ਨਫ਼ਰਤ ਕਰਨ ਲੱਗ ਪਏ। ਦਸਤਾਰ ਨੂੰ ਯੰਗਸਟਰ ਨਫ਼ਰਤ ਕਰਨ ਲੱਗ ਪਿਆ ਵੀ ਉਹਨਾਂ ਨੂੰ ਕੋਈ ਰੋਲ ਮਾਡਲ ਦਿਖਦਾ ਨਹੀਂਗਾ। ਉਹ ਕਹਿੰਦਾ ਵੀ ਦਸਤਾਰ ਬੰਨ੍ਹ ਕੇ 5 ਕਕਾਰੀ ਖਾ ਕੇ ਵੀ ਰਿਸ਼ਵਤ ਕਰੀ ਜਾਣੀ ਆ, ਇੱਦਾਂ ਕੁਛ ਕਰਨ ਡਿਆ ਤੇ ਅਸੀਂ ਉੱਦਾਂ ਹੀ ਚੰਗੇ। ਸੋ ਦਸਤਾਰ ਜਿਹੜੀ ਆ ਉਹ ਬੜੀ ਮਤਲਬ ਕਿ ਉੱਥੇ ਜਿਹੜਾ ਇੰਡੀਆ ਵਿੱਚ ਹੋ ਗਿਆ, ਇੰਡੀਆ ਵਿੱਚ ਇੰਨਾ ਹੋ ਗਿਆ, ਚਾਹੇ ਮੀਡੀਆ ਨੇ ਸਾਡੀ ਹਰ ਇੱਕ ਚੀਜ਼ ਦਾ ਹੀ ਫੈਕਟਰ ਹੈਗਾ। ਸਾਡੀ ਕਮਜ਼ੋਰੀ ਹੈਗੀ ਆ, ਜੇ ਅਸੀਂ ਇਹਨੂੰ ਬਹੁਤੀ ਵਾਰੀ ਅਸੀਂ ਕੌਨਸਪੀਰੇਸੀ ਥਿਊਰੀ ਨਾਲ ਵੇਖਦੇ ਆ ਵੀ ਨਹੀਂ ਸਰਕਾਰ ਸਾਨੂੰ ਸਟੈਬਲਾਈਜ਼ ਕਰਦੀ ਹੈ, ਠੀਕ ਆ ਕਰਨ ਦੀ, ਫਿਰ ਤੁਸੀਂ ਕੀ ਕਰਦੇ ਜੇ? ਅਸੀਂ ਉਹਨੂੰ ਰੋਕਣਾ ਕਿੱਦਾਂ? ਮਤਲਬ ਕਿ ਜਿਹੜੀ ਚੀਜ਼ ਆ ਜਾਂ ਤਾਂ ਬੜੀ ਹੋਲਿਸਟਿਕ ਅਪਰੋਚ, ਜਿੱਥੋਂ ਤੱਕ ਬਿਮਾਰੀ ਵੱਧ ਗਈ ਆ ਨਾ, ਮੈਂ ਤਾਂ ਕਹੂੰਗਾ ਕੈਂਸਰ ਜਿੱਦਾਂ 3rd ਸਟੇਜ ਤੇ ਪਹੁੰਚ ਜਾਂਦਾ ਨਾ, ਉਹੀ ਹਾਲਤ ਸਾਡੀ ਆ। ਤੇ ਸਾਨੂੰ ਓਨੇ ਹੀ ਸੀਰੀਅਸ ਹੋ ਕੇ ਸਾਨੂੰ ਹੱਲ ਚੁੱਕਣੇ ਚਾਹੀਦੇ ਆ। ਇੱਥੇ ਬੜੇ ਸਕੂਲਾਂ ਵਿੱਚ ਗੱਲ ਹੁੰਦੀ ਵੀ ਜੇ ਹੁਣ ਪ੍ਰੋਬਲਮ ਸਾਡੀ ਨੂੰ ਰਿਪੋਰਟ ਨਹੀਂ ਹੁੰਦੀ, ਇਹਦਾ ਮਤਲਬ ਇਹ ਨਹੀਂ ਕਿ ਰਿਪੋਰਟ ਪ੍ਰੋਬਲਮ ਹੈ ਨਹੀਂ ਗੀ, ਪ੍ਰੋਬਲਮ ਹੈਗੀ ਆ। ਪਰ ਸਾਡਾ ਜੇ ਕਿਸੇ ਬੱਚੇ ਨੂੰ ਪ੍ਰੋਬਲਮ ਆਉਂਦੀ ਨਾ ਸਕੂਲ ਵਿੱਚ, ਤੇ ਉਹਦੇ ਪੇਰੈਂਟਸ ਦੀ ਇਹ ਹੁੰਦੀ ਆ ਆਪਣੇ ਆਪਸ਼ਨ ਵੀ ਮੈਂ ਸਕੂਲ ਚੇਂਜ ਕਰ ਲਾਂ, ਮੈਂ ਐਡਰੈਸ ਨਾ ਕਰਾਂ। ਅਗਲਾ ਕਹਿੰਦਾ ਮੈਂ ਟਾਈਮ ਵੇਸਟ। ਸੋ ਸਾਡੀ ਇਹ ਆ ਵੀ ਮੈਂ ਬਚ ਜਾਂ, ਜਿਹਨੂੰ ਅੱਗੇ ਆਊਗਾ ਉਹ ਦੇਖੀ ਜਾਊਗੇ, ਫਿਰ ਨੈਕਸਟ ਨੂੰ ਆ ਜਾਂਦੀ ਆ। ਸੋ ਸਾਨੂੰ ਜਿਹੜਾ ਇੱਥੇ ਇੱਕ ਡਿਪਾਰਟਮੈਂਟ ਵਿੱਚ ਆਈ ਆ, ਕੱਲ੍ਹ ਨੂੰ ਸਾਡੇ ਬੱਚੇ ਜਿਹੜੇ ਆ ਇੱਥੇ ਜੰਮੇ ਪਲੇ ਆ ਜਾਂ ਜਿਨ੍ਹਾਂ ਨੇ ਜੋਬ ਕੀਤੀ ਆ, ਉਹਨਾਂ ਨੇ ਕੱਲ੍ਹ ਨੂੰ ਅਪਲਾਈ ਕੀਤਾ, ਕੱਲ੍ਹ ਨੂੰ ਦੂਜਾ ਡਿਪਾਰਟਮੈਂਟ ਕਰ ਦੂਗਾ। ਮੈਂ ਤੁਹਾਨੂੰ ਦੱਸਦਾ, ਜਦੋਂ ਆਪਣੇ ਟਰਬਨ ਦਾ ਕੇਸ ਹੋਇਆ ਸੀਗਾ ਤੇ ਅਸੀਂ ਇੱਥੇ ਜਿਹੜੇ ਆਪਣੇ ਮਾਈਗਰੈਂਟ ਆਪਣੇ ਸੈਂਟਰ ਨਾਲ ਲਾਇਰ ਸੀ, ਉਹਨਾਂ ਨੂੰ ਅਸੀਂ ਮਿਲੇ ਜਾ ਕੇ, ਉਹਨਾਂ ਨੂੰ ਅਸੀਂ ਦੱਸਿਆ ਵੀ ਆਹ ਪ੍ਰੋਬਲਮ ਆਈ ਆ। ਉਹ ਕਹਿੰਦਾ ਵੀ ਉਹਨੇ ਸਾਰੀ ਗੱਲ ਸੁਣੀ ਬੜੇ ਹਿਸਾਬ ਨਾਲ, ਤੇ ਬਾਅਦ ਵਿੱਚ ਉਹ ਬੰਦਾ ਕਹਿੰਦਾ ਤੁਸੀਂ 10 ਸਾਲ ਦਾ ਟੀਚਾ ਮਿਥ ਲਓ ਵੀ ਇਹ ਜਿਹੜਾ ਬੈਨ ਲੱਗਾ ਤੁਸੀਂ ਅਗਲੇ 10 ਸਾਲਾਂ ਵਿੱਚ ਇਹਨੂੰ ਬਦਲਣਾ। ਤੇ ਉਹ 2007 ਦੀ ਗੱਲ ਆ, 2014 ਆ ਗਿਆ, ਉਹ ਗੱਲ ਉੱਥੇ ਦੀ ਉੱਥੇ ਆ। ਇੱਕ ਵੀ ਚੀਜ਼ ਅਸੀਂ ਪ੍ਰੋਗਰੈਸ ਸਾਡੇ ਕੋਲ ਨਹੀਂ ਹੋਈ, ਨਾ ਅਸੀਂ ਕੋਈ ਸਾਡੇ ਉਹ ਚੀਜ਼ ਹੋਈ ਆ। ਸੋ ਇਹ ਨਹੀਂ ਹੈਗਾ ਵੀ ਸਾਡੀ ਹੈ, ਮਤਲਬ ਕਿ ਅਸੀਂ ਇਸ ਬਾਰੇ ਸੋਚਦੇ ਹੀ ਨਹੀਂ, ਸਾਡਾ ਕੰਮ ਆਪਸ ਵਿੱਚ ਚੱਲੀ ਜਾਂਦਾ, ਅਸੀਂ ਉਸ ਹਿਸਾਬ ਨਾਲ ਤੁਰੇ ਜਾਂਦੇ ਹਾਂ। ਤੇ ਜੇ ਇੱਕ ਤਾਂ ਕਮਿਊਨਿਟੀ, ਜੇ ਅਸੀਂ ਸਾਰੇ ਜ਼ੋਰ ਲਾਈਏ ਤਾਂ ਸਭ ਕੁਝ ਹੋ ਸਕਦਾ। ਸੋ ਮੇਰੀ ਤਾਂ ਇਹੋ ਹੀ ਬੇਨਤੀ ਆ ਵੀ ਜਿੰਨਾ ਸੀਰੀਅਸ ਮੁੱਦਾ ਹੈਗਾ ਉਨੇ ਹੀ ਸੀਰੀਅਸ ਯਤਨ ਕਰਨੇ ਪੈਣਗੇ, ਨਹੀਂ ਤਾਂ ਫਿਰ ਇੱਦਾਂ ਮਤਲਬ ਕਿ ਆਪਾਂ ਜਦੋਂ ਵੀ ਪ੍ਰੋਬਲਮ ਆਈ ਉਦੋਂ ਵੀ ਇੱਦਾਂ ਟਾਕ ਸ਼ੋਅ ਕਰ ਲਾ ਕਰਾਂਗੇ ਜਾਂ ਗੱਲਬਾਤ ਹੁੰਦੀ ਆ ਜਿੱਥੇ ਵੀ ਹੁੰਦੀ ਆ, ਆਪਣਾ ਇਹੋ ਹੀ ਕੰਮ ਮਤਲਬ ਕਿ ਇਹੋ ਹੀ ਦੇਖਣ ਨੂੰ ਮਿਲਿਆ ਵੀ ਕਦੋਂ ਵੀ ਆਪਾਂ ਨੂੰ ਪ੍ਰੋਬਲਮ ਆਉਂਦੀ ਉਦੋਂ ਆਪਾਂ ਵਿਚਾਰ ਕਰੀਦੀ ਆ, ਥੋੜ੍ਹਾ ਚਿਰ ਵਿਚਾਰ ਰਹਿੰਦੀ ਆ, ਇੱਕ ਲੌਂਗ ਟਰਮ ਸਟ੍ਰੈਟਜੀ ਜਿਹੜੀ ਆ ਉਹ ਨਹੀਂ ਹੋਊਗੀ। ਮੈਂ ਤਾਂ ਕਹੂੰਗਾ ਬੜਾ ਵਧੀਆ ਉਪਰਾਲਾ ਜਿਹੜਾ ਆ, ਇੱਕ 5 ਸਾਲ ਜਿੱਦਾਂ ਇਹਨਾਂ ਦੱਸਿਆ 5 ਸਾਲ ਹੋ ਗਿਆ ਇਸ ਚੀਜ਼ ਨੂੰ ਕੰਟੀਨਿਊ ਕਰਨ ਨੂੰ, ਤੇ ਸੋ ਬਹੁਤ ਹੀ ਵਧੀਆ। ਮਹਾਰਾਜ ਹੋਰ ਬਲ ਬਖਸ਼ੇ, ਹੋਰ ਇਸ ਪ੍ਰੋਗਰਾਮ ਨੂੰ ਜਿਹੜਾ ਇਫੈਕਟਿਵ ਬਣਾਇਆ ਜਾਵੇ। ਮੈਂ ਤਾਂ ਕਹੂੰਗਾ ਵੀ ਜਿੱਦਾਂ ਲੇਟ ਪਤਾ ਕਰ ਲੱਗਾ ਜਾਂ ਟਾਈਮ ਦੀ ਘਾਟ ਕਰਕੇ, ਜਿੱਦਾਂ ਇੰਟਰਨੈਸ਼ਨਲ ਅਵੇਅਰਨੈਸ ਡੇ ਆ, ਇਹ ਤਾਂ ਇੰਟਰਨੈਸ਼ਨਲ ਲੈਵਲ 'ਤੇ ਹੀ ਗੋਰਿਆਂ ਨੂੰ ਪਤਾ ਲੱਗਣਾ ਚਾਹੀਦਾ ਸੀ ਵੀ ਵਾਕਿਆ ਇਹ ਇੰਟਰਨੈਸ਼ਨਲ, ਜਾਣੀ ਕਿ ਅਸੀਂ ਕੋਈ ਇੱਦਾਂ ਦਾ ਕਰ ਸਕੀਏ ਜਿਹਦੇ ਨਾਲ ਵੱਧ ਤੋਂ ਵੱਧ ਅਵੇਅਰਨੈਸ ਹੋ ਸਕੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜਿਸ ਤਰ੍ਹਾਂ ਭਾਈ ਸਤਵਿੰਦਰ ਸਿੰਘ ਹੋਣਾ ਨੇ ਦੱਸਿਆ, ਉਹਨਾਂ ਨੇ ਕੁਐਸਚਨ ਦੇ ਵਿੱਚ ਕਿਹਾ ਕਿ ਇਹਦੇ ਵਿੱਚ ਆਪਣੀ ਘਾਟ ਆ, ਆਪਣੀ ਇਹੀ ਘਾਟ ਆ ਕਿਉਂਕਿ ਆਪਾਂ ਦੱਸ ਹੀ ਨਹੀਂ ਸਕੇ। ਇਕੱਲਾ ਆਪਣੇ ਨਾਲ ਇੱਥੇ ਨਹੀਂ ਹੁੰਦਾ, ਆਪਾਂ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਦੇਖਦੇ ਹਾਂ, ਕਿਤੇ ਲੜਾਈ ਹੁੰਦੀ ਆ, ਸਿੱਖ ਦੀ ਦਸਤਾਰ ਲਾਈ ਜਾਂਦੀ ਆ, ਕੁਛ ਵੀ ਕੀਤਾ ਜਾਂਦਾ, ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਵਿੱਚ ਕਮੀ ਹੈ ਦੂਜਿਆਂ ਨੂੰ ਬਲੇਮ ਦੇਣ ਦੇ ਨਾਲੋਂ। ਸੋ ਕਮੀ ਸਾਡੇ ਵਿੱਚ ਇਹੀ ਆ ਕਿਉਂਕਿ ਸਾਡੇ ਕੋਲ ਇੰਨਾ ਮੀਡੀਆ ਉਹ ਦੱਸ ਨਹੀਂ ਸਕਦਾ, ਜਿਸ ਤਰ੍ਹਾਂ ਜਿਹੜਾ ਸਿੱਖ ਚੈਨਲ ਹੈ ਸੱਚ ਦੀ ਆਵਾਜ਼ ਦੱਸ ਰਿਹਾ ਆ। ਸੋ ਸਾਨੂੰ ਇਸੇ ਤਰ੍ਹਾਂ ਮੀਡੀਆ ਚਾਹੀਦਾ, ਸਾਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਸੋ ਮੈਨੂੰ ਲੱਗਦਾ ਭਾਈ ਬਰਿੰਦਰਪਾਲ ਸਿੰਘ ਹੋਣੀ ਉਹਨਾਂ ਨੇ ਵਿਚਾਰ ਦੇਣੇ ਆ। ਭਾਈ ਬਰਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਿੰਘਾਂ ਦੀ ਗੱਲਬਾਤ ਸੁਣ ਰਹੇ ਸੀ, ਮੈਂ ਮਨ ਦੇ ਵਿੱਚ 1-2 ਕੁਐਸਚਨ ਆਏ। ਜਿਸ ਤਰ੍ਹਾਂ ਭਾਈ ਸਤਵਿੰਦਰ ਸਿੰਘ ਜੀ ਹੁਣਾਂ ਨੇ ਵੀ ਇਹ ਗੱਲ ਕੀਤੀ ਕਿ ਸਿੱਖਾਂ ਨੇ ਸੈਕੰਡ ਵਰਲਡ ਵਾਰ ਤੇ ਫਸਟ ਐਂਡ ਸੈਕੰਡ ਵਰਲਡ ਵਾਰ ਦੇ ਵਿੱਚ 80,000 ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। 1 ਲੱਖ ਤੋਂ ਵੱਧ ਸਾਡੇ ਸਿੱਖ ਸੋਲਜਰ ਜਿਹੜੇ ਉਹ ਜ਼ਖਮੀ ਹੋਏ। ਤੇ ਅਸੀਂ ਯੂਰਪ ਦੇ ਵਿੱਚ ਰਹਿੰਦੇ ਹਾਂ, ਬਹੁਤ ਸਾਰੇ ਸਿੰਘਾਂ ਨਾਲ ਸਾਡੇ ਤੇ ਨਹੀਂ ਕਿਰਪਾ ਹੋਈ ਅਜੇ ਮਹਾਰਾਜ ਦੀ ਕਿ ਅਸੀਂ ਦਸਤਾਰ ਸਜਾ ਕੇ ਇਸ ਮੁਲਕ ਦੇ ਵਿੱਚ ਵਿਚਰ ਸਕੀਏ, ਲੇਕਿਨ ਬਹੁਤ ਸਾਰੇ ਸਿੰਘ ਵਿਚਰਦੇ ਆ। ਪਰ ਕਈ ਵਾਰ ਜਦੋਂ ਤੁਸੀਂ ਉਹਨਾਂ ਨਾਲ ਡੀਪਲੀ ਕਨਵਰਸੇਸ਼ਨ ਕਰਦੇ ਆ, ਉਹ ਆਪਣੇ ਆਪ ਨੂੰ ਅੰਬੈਰਸ ਫੀਲ ਕਰਦੇ ਆ ਸੋਸਾਇਟੀ ਦੇ ਵਿੱਚ ਵਿਚਰਦੇ ਆ। ਕਈ ਵਾਰ ਉਹਨਾਂ ਨੂੰ ਬਹੁਤ ਸਾਰੇ ਰੇਸਿਸਟ ਕਮੈਂਟ ਵੀ ਮਿਲਦੇ ਆ। ਜਦੋਂ ਕਿ ਅਸੀਂ ਇਸ ਯੂਰਪ ਦੇ ਵਿੱਚ ਅਸੀਂ ਇਹਨਾਂ ਦੀ ਫਸਟ ਐਂਡ ਸੈਕੰਡ ਵਰਲਡ ਵਾਰ ਦੇ ਵਿੱਚ ਇੰਨੀਆਂ ਸ਼ਹੀਦੀਆਂ ਦਿੱਤੀਆਂ, ਸਾਨੂੰ ਪ੍ਰਾਊਡ ਹੋਣਾ ਚਾਹੀਦਾ ਜਦੋਂ ਵੀ ਅਸੀਂ ਜਾਈਏ। ਇਹ ਲੋਕ ਸਾਨੂੰ ਖੁਸ਼ ਹੋ ਕੇ ਮਿਲ ਕੇ ਤੁਹਾਡੀਆਂ ਕੁਰਬਾਨੀਆਂ ਵਾ ਸਾਡੇ ਯੂਰਪ ਨੂੰ ਫ੍ਰੀ ਰੱਖਣ ਦੇ ਵਿੱਚ। ਲੇਕਿਨ ਸਾਨੂੰ
ਮੈਂ ਸਿੱਖ ਚੈਨਲ ਦਾ ਬਹੁਤ ਧੰਨਵਾਦੀ ਹਾਂ ਜੋ ਇਹਨਾਂ ਨੇ ਇੰਟਰਨੈਸ਼ਨਲ ਦਸਤਾਰ ਅਵੇਅਰਨੈਸ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹੋਰਨਾਂ ਚੈਨਲਾਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਅੱਜ ਅਸੀਂ ਗੁਰੂ ਘਰ ਦੇ ਵਿੱਚ ਬੈਠ ਕੇ ਇਸ ਤੇ ਵਿਚਾਰ ਕਰ ਰਹੇ ਹਾਂ। ਬਹੁਤ ਵਧੀਆ ਗੱਲ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਦੇ ਵਿੱਚ ਹੀ ਵਿਚਾਰ ਕਰ ਸਕਦੇ ਹਾਂ, ਉਸ ਤੋਂ ਬਾਅਦ ਅਸੀਂ ਬਾਹਰ ਜਾ ਸਕਦੇ ਹਾਂ। ਲੇਕਿਨ ਸਾਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਬਾਹਰ ਜਾ ਕੇ ਇਹ ਗੋਰਿਆਂ ਨੂੰ ਦੱਸਣਾ ਚਾਹੀਦਾ ਵੀ ਅਸੀਂ ਕੌਣ ਆ, ਸਾਡੀ ਆਇਡੈਂਟੀਟੀ ਕੀ ਆ, ਸਾਡਾ ਜਿਹੜਾ ਦਸਤਾਰ ਅਸੀਂ ਸਜਾਉਂਦੇ ਆ ਉਸ ਦੀ ਮਹੱਤਤਾ ਕੀ ਆ, ਤੇ ਸਾਡਾ ਕਰੈਕਟਰ ਕੀ ਆ। ਜਦੋਂ ਤੁਸੀਂ ਜੋ ਪੜ੍ਹੇ ਲਿਖੇ ਲੋਕ ਆ, ਜਦੋਂ ਕਈ ਵਾਰ ਤੁਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਆ ਸਿੱਖੀਜ਼ਮ ਦੇ ਬਾਰੇ, ਉਹ ਲੋਕ ਕਹਿੰਦੇ, ਮੈਂ ਗੱਲਾਂ ਕਰਕੇ ਉਹ ਕਹਿੰਦੇ ਵੀ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਕਿ ਮੈਂ ਇੱਕ ਸਿੱਖ ਦੇ ਨਾਲ ਗੱਲ ਕਰ ਰਿਹਾ, ਕਿਉਂਕਿ ਸਾਡਾ ਕਰੈਕਟਰ, ਜੋ ਸਾਡੀ ਹਿਸਟਰੀ ਆ, ਉਹ ਸਾਡਾ ਕਰੈਕਟਰ ਦੱਸਦਾ ਵਾ ਕਿ ਅਸੀਂ ਕੌਣ ਵਾਂ, ਕਿੱਥੋਂ ਬਿਲੋਂਗ ਕਰਦੇ ਆ। ਸੋ ਇਸ ਸੈਕੰਡ ਥਿੰਗ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਅੱਜ ਤੱਕ ਅਸੀਂ ਅਸੀਂ ਆਪਣੇ ਜੈਨੋਸਾਈਡ ਜੋ ਸਾਡਾ 1984 ਤੋਂ ਲੈ ਕੇ 95 ਤੱਕ ਹੁੰਦਾ ਰਿਹਾ ਪੰਜਾਬ ਦੇ ਵਿੱਚ, ਨਾ ਤੇ ਅਸੀਂ ਉਹ ਰਿਕਗਨਾਈਜ਼ ਕਰਵਾ ਸਕੇ ਅੱਜ ਤੱਕ, ਤੇ ਨਾ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਇਹੋ ਜਿਹਾ ਕੋਈ ਮੁੱਦਾ ਪਾਰਲੀਮੈਂਟ ਦੇ ਵਿੱਚ ਪਾਸ ਕਰਵਾ ਸਕੇ ਆ ਕਿ ਸਾਨੂੰ ਵਾਰ-ਵਾਰ ਜੇ ਇਟਲੀ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਕਦੀ ਇੰਗਲੈਂਡ ਦੇ ਵਿੱਚ ਆ ਰਹੀ ਹੈ, ਕਦੀ ਹਾਲੈਂਡ ਦੇ ਵਿੱਚ ਆ ਰਹੀ ਹੈ, ਏਅਰਪੋਰਟਾਂ ਦੇ ਉੱਤੇ ਜਰਮਨੀ ਤੇ ਆ ਰਹੀ ਹੈ, ਇਹ ਸਾਨੂੰ ਯੂਰਪੀਅਨ ਯੂਨੀਅਨ ਦਾ ਕੋਈ ਲਾਅ ਇਹੋ ਜਿਹਾ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਵਾ ਕਿ ਆਪਾਂ ਨੂੰ ਕਿਸੇ ਵੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਾ ਆਵੇ। ਅਸੀਂ ਇੰਡੀਵਿਜੂਅਲ ਆਪੋ ਆਪਣੇ ਲੈਵਲ ਦੇ ਉੱਤੇ ਫਾਈਟ ਕਰ ਰਹੇ ਹਾਂ, ਜਦੋਂ ਕਿ ਸਾਨੂੰ ਇੱਕ ਹੋ ਕੇ ਇੱਕ ਪੈਨਲ ਦੇ ਉੱਤੇ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਫਾਈਟ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਜਿਸ ਤਰ੍ਹਾਂ ਭਾਈ ਸਾਹਿਬ ਵਰਿੰਦਰਪਾਲ ਸਿੰਘ ਉਹਨਾਂ ਨੇ ਆਪਣੇ ਵਿਚਾਰ ਦਿੱਤੇ, ਇਸੇ ਤਰ੍ਹਾਂ ਦਾਸ ਬੇਨਤੀ ਕਰਦਾ, ਕਿਉਂਕਿ ਸਮੇਂ ਦੀ ਵੀ ਆਪਣੇ ਕੋਲ ਘਾਟ ਹੈ, ਸੋ ਆਪਾਂ ਵਿਚਾਰ ਵੀ ਸਾਰਿਆਂ ਦੇ ਨਾਲ ਕਰਨੇ ਆ। ਅਰਦਾਸ ਬੇਨਤੀ ਕਰਦਾ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਹੁਣਾਂ ਨੇ, ਜੋ ਕਿ ਪ੍ਰਬੰਧਕ ਹੈ, ਉਹ ਵੀ ਆਪਣੇ ਵਿਚਾਰ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਾਹਿਬ ਤੋਂ ਪਹਿਲਾਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਤਾ ਜਿਨ੍ਹਾਂ ਨੇ ਉਪਰਾਲਾ ਕੀਤਾ। ਉਸ ਤੋਂ ਬਾਅਦ ਦਾਸ ਨੇ ਜੋ ਗੱਲਾਂ ਬਾਤਾਂ ਸੁਣੀਆਂ, ਉਸ ਤੋਂ ਬਾਅਦ ਸਾਨੂੰ ਇਹੀ ਸਾਹਮਣੇ ਆਇਆ ਕਿ ਅਸੀਂ ਹਰ ਇੱਕ ਜਗ੍ਹਾ ਕੰਪਰੋਮਾਈਜ਼ ਕਰਦੇ ਹਾਂ, ਜਾਂ ਸਕੂਲਾਂ ਦੇ ਵਿੱਚ ਇੱਕ ਦੂਜੇ ਨੂੰ ਦੇਖ ਕੇ ਕੇਸ ਕਤਲ ਕਰਾ ਲੈਂਦੇ ਹਾਂ ਅਗਰ ਕੋਈ ਨਹੀਂ ਦਾ। ਮੇਰੇ ਖਿਆਲ ਨਾਲ ਸਭ ਤੋਂ ਵੱਡਾ ਕਾਜ਼ ਇਹ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਦੂਰ ਹੋ ਚੁੱਕੇ ਹਾਂ, ਸਾਨੂੰ ਸਾਡਾ ਇਤਿਹਾਸ ਹੀ ਨਹੀਂ ਪਤਾ। ਅਗਰ ਸਾਨੂੰ ਸਾਡਾ ਇਤਿਹਾਸ ਪਤਾ ਹੋਵੇ ਕਿ ਗੁਰੂ ਸਾਹਿਬ ਨੇ ਕਿਹਨੂੰ ਸਿੱਖ ਆਖਿਆ, ਫਿਰ ਅਸੀਂ ਉਸ ਚੀਜ਼ ਨੂੰ ਪਹਿਚਾਨ ਸਕਦੇ ਹਾਂ। ਫਿਰ ਅਸੀਂ ਆਪਦੇ ਘਰੇ ਆਪਦੇ ਬੱਚਿਆਂ ਨੂੰ ਸਿਖਾਈਏ ਕਿ ਕੌਣ ਸਿੱਖ ਹੁੰਦਾ, ਅਸੀਂ ਆਪਦੇ ਬੱਚਿਆਂ ਦੇ ਕੇਸ ਰੱਖੀਏ, ਉਹਨਾਂ ਨੂੰ ਸਕੂਲਾਂ ਭੇਜੀਏ। ਤੇ ਮੇਰੇ ਖਿਆਲ ਨਾਲ ਕਿਸੇ ਵੀ ਹੋਰ ਸਿੱਖ ਬੱਚੇ ਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਗੀ ਕਿ ਮੈਂ ਕੇਸ ਕਤਲ ਕਰਾਉਣੇ ਆ, ਕਿਉਂਕਿ ਅਗਰ ਜੇ ਉੱਥੇ ਆਲਰੇਡੀ ਸੰਗਤ ਦੇ ਵਿੱਚ ਸਕੂਲਾਂ ਦੇ ਵਿੱਚ ਹੋਰ ਬੱਚੇ ਹੈਗੇ ਆ ਜਿਨ੍ਹਾਂ ਦੀ ਕਿ ਆਈਡੀ ਹੈਗੀ, ਤਾਂ ਮੇਰੇ ਖਿਆਲ ਨਾਲ ਸਕੂਲ ਵੀ ਇੰਨਾ ਜ਼ਿਆਦਾ ਓਬਜੈਕਸ਼ਨ ਨਹੀਂ ਕਰਨਗੇ ਜਿੰਨਾ ਕੁਛ ਹੁੰਦਾ। ਅਸੀਂ ਆਪਦੇ ਆਪ ਨੂੰ ਐਕਸਪ੍ਰੈਸ ਹੀ ਨਹੀਂ ਕਰ ਸਕੇ ਵੀ ਅਸੀਂ ਕੌਣ ਆ, ਕਿਉਂਕਿ ਸਾਡੀ ਸਟਰੈਂਥ ਹੀ ਨਹੀਂ ਘੱਟ ਹੈ। ਕਹਿੰਦੇ ਕਿ ਸਟਰੈਂਥ ਹੁੰਦੀ ਉਹੀ ਮਜ਼ਬੂਤ ਹੋ ਸਕਦੀ ਹੈ, ਕਿਉਂਕਿ ਸਾਡੀ ਸਟਰੈਂਥ ਹੈ ਨਹੀਂ, ਇਸ ਕਰਕੇ ਸਾਨੂੰ ਏਅਰਪੋਰਟਾਂ ਤੇ ਹਰ ਜਗ੍ਹਾ ਇਸ ਚੀਜ਼ ਦਾ ਸਟਰਗਲ ਕਰਨਾ ਪੈਂਦਾ। ਤੇ ਮੇਰੇ ਖਿਆਲ ਨਾਲ ਸਾਨੂੰ ਆਪਣੇ ਇਤਿਹਾਸ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਸਲਵਿੰਦਰ ਸਿੰਘ ਹੁਣਾਂ ਦੇ ਵਿਚਾਰ ਜਾਣਨੇ ਚਾਹਾਂਗਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦਾ ਬਹੁਤ ਵੱਡਾ ਐਫਰਟਸ ਹੈ ਸਿੱਖ ਅਵੇਅਰਨੈਸ ਦੇ ਲਈ, ਪਰ ਮੇਰਾ ਪਹਿਲਾ ਕੁਐਸਚਨ ਇਹ ਆ ਵੀ ਜਿੰਨੀ ਵੀ ਹੁਣ ਤੱਕ ਟਾਕ ਹੋਈ ਹੈ, ਵੀ ਆਲ ਗੈਟ ਟੂਗੈਦਰ ਟੂ ਕ੍ਰੀਏਟ ਅਵੇਅਰਨੈਸ ਰੈਦਰ ਦੈਨ ਆਵਰ ਵੀਕਨੈਸਿਸ, ਭਾਵੇਂ ਇੰਡੀਆ ਦੇ ਵਿੱਚ ਹੈ ਜਾਂ ਭਾਵੇਂ ਇੱਥੇ ਆ। ਸੋ ਹਾਊ ਟੂ ਕ੍ਰੀਏਟ ਅਵੇਅਰਨੈਸ, ਜਿੱਥੇ ਜਿੰਨੀ ਸੰਗਤ ਹੈ ਮੋਸਟਲੀ ਆਰ ਪਬਲਿਕ ਸਰਵਿਸ, ਐਵਰੀਬਡੀ ਨੋਜ਼। If somebody customer asks us who you are, so everybody said who we are, but ਉਹ ਜਿਹੜੀ statement ਆ, everybody has a different statement. What we need a mechanism, we need one statement from everybody, why we are here, why we are sick. ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਦਸਤਾਰ ਦੀ ਗੱਲ ਹੋਈ ਤਾਂ ਪਹਿਲਾ ਕੁਐਸਚਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਸੀ ਕਿ ਜਦੋਂ ਤੂੰ ਗੁਰੂ ਤੇਗ ਬਹਾਦਰ ਜੀ ਸੀਸ ਲੈ ਕੇ ਆਇਆ ਕਿ ਉੱਥੇ ਕੋਈ ਸਿੱਖ ਨਹੀਂ ਸੀ, ਤੇ ਭਾਈ ਜੈਤਾ ਜੀ ਨੇ ਕਿਹਾ ਕਿ ਜੋ ਹੋਵੇਗਾ ਪਰ ਮੈਨੂੰ ਪਤਾ ਨਹੀਂ, ਕਿਉਂਕਿ ਉਦੋਂ ਕਿਸੇ ਦੇ ਸਿਰ ਤੇ ਦਸਤਾਰ ਨਹੀਂ ਸੀ, ਜਾਂ ਹੈ ਸੀ ਨਹੀਂ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਆਇਡੈਂਟੀਟੀ ਦੀ ਮਹਿਸੂਸ ਹੋਇਆ ਵੀ ਸਿੱਖ ਦੀ ਆਇਡੈਂਟੀਟੀ ਕੀ ਹੋਵੇਗੀ, ਇਹਨੂੰ ਪਤਾ ਹੋਣਾ ਚਾਹੀਦਾ ਵਾ। ਇਸ ਕਰਕੇ ਸਿੱਖ ਦੀ ਦਸਤਾਰ ਜਿਹੜੀ ਆ ਉਸ ਤੋਂ ਪਹਿਲਾਂ ਸ਼ੁਰੂ ਹੋਈ। ਉਸ ਤੋਂ ਬਾਅਦ ਜੋ ਕੁਛ ਵੀ ਇੰਡੀਆ 'ਚ ਹੋ ਰਿਹਾ, ਜਿਸ ਤਰੀਕੇ ਨਾਲ ਹੋ ਰਿਹਾ, ਉਹਦੀ ਵੀਕਨੈਸਿਸ ਵੀ ਡੋਂਟ ਨੀਡ ਟੂ ਟਾਕ ਹੇਅਰ। ਅਸੀਂ ਇੱਥੇ ਇਕੱਠੇ ਹੋਏ ਹਾਂ ਅਵੇਅਰਨੈਸ ਲਈ, ਹਾਊ ਟੂ ਕ੍ਰੀਏਟ ਅਵੇਅਰਨੈਸ। ਮੇਰੀ ਸੁਜੈਸ਼ਨ ਇਹ ਆ ਵੀ ਇੱਥੇ ਸਾਨੂੰ ਇਹ ਕ੍ਰੀਏਟ ਕਰਨਾ ਚਾਹੀਦਾ ਲੋਕਲੀ, ਵੀ ਆਇਰਲੈਂਡ ਦੇ ਵਿੱਚ ਅਸੀਂ ਕਿੱਦਾਂ ਅਵੇਅਰਨੈਸ ਕੈਂਪ ਕਰੀਏ, ਲੋਕਾਂ ਨੂੰ ਪਤਾ ਲੱਗੇ ਕਿ ਸਿੱਖ ਕੌਣ ਆ, ਐਂਡ ਦੈਟ ਇਜ਼ ਮੇਜਰ ਐਂਡ ਮੋਸਟ ਇੰਪੋਰਟੈਂਟ ਫੈਕਟਰ। ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ। ਸੋ ਮੈਂ ਬੇਨਤੀ ਕਰਦਾ ਹਾਂ ਭਾਈ ਮਨਮੀਤ ਸਿੰਘ ਹੁਣਾਂ ਨੇ
ਵੀ ਉਹ ਵੀ ਦਸਤਾਰ ਦੇ ਬਾਰੇ ਆਪਣੇ ਵਿਚਾਰ ਦੱਸਣ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਕੁਝ ਸਮਾਂ ਦਿੱਤਾ ਦਸਤਾਰ ਉੱਤੇ ਬੋਲਣ ਦਾ, ਕਿਉਂਕਿ ਅਸੀਂ ਦਸਤਾਰ ਦਿਵਸ ਮਨਾ ਰਹੇ ਹਾਂ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੂੰਹ ਮੈਂ ਕਰੋ ਨਿਵਾਸ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਪੂਰਾ ਕਰਨਾ ਪੈਣਾ ਹੈ, ਕਿਉਂਕਿ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਜਿਵੇਂ ਡਬਲਿਨ ਦੇ ਵਿੱਚ ਇੱਕ ਸਟਰੀਟ ਤੇ ਜਾ ਰਿਹਾ ਸੀ, ਕਿਸੇ ਮੈਨੂੰ ਗੋਰੇ ਨੇ ਰੋਕਿਆ। ਉਹ ਆਪਣੇ ਸਿੱਖ ਰਿਲੀਜਨ ਬਾਰੇ ਜਾਣਦਾ ਸੀ, ਕਾਫੀ ਕੁਝ ਜਾਣਦਾ ਸੀ। ਉਹਨੇ ਮੈਨੂੰ ਸਿੱਧਾ ਆ ਕੇ ਪਹਿਲਾਂ ਇੱਕ ਕੁਐਸਚਨ ਇਹੀ ਪੁੱਛਿਆ, ਆਰ ਯੂ ਸਿੱਖ? ਤੇ ਮੈਂ ਉਹਨੂੰ ਇਹੀ ਕਿਹਾ ਕਿ ਹਾਂ ਮੈਂ ਸਿੱਖ ਹਾਂ। ਫਿਰ ਉਹਨੇ ਲੈਂਦੇ ਨੇ ਮਤਲਬ ਦੂਜੀ ਗੱਲ ਮੈਨੂੰ ਇਹੀ ਕਹੀ ਕਿ ਮੈਨੂੰ 5 ਕਕਾਰ ਦਿਖਾ, ਉਦੋਂ ਕਿ ਮੈਂ ਕਦੇ ਅੰਮ੍ਰਿਤ ਵੀ ਨਹੀਂ ਛਕਿਆ ਸੀ ਤੇ ਮੇਰੇ ਕੋਲ ਉਹਦੇ ਆਨਸਰ ਕੋਈ ਨਹੀਂ ਸੀਗਾ ਜਵਾਬ ਦੇਣ ਦਾ। ਤਾਂ ਸਭ ਤੋਂ ਪਹਿਲੀ ਗੱਲ ਇਹ ਆ ਵੀ ਦਸਤਾਰ ਅਵੇਅਰਨੈਸ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਖੁਦ ਦਸਤਾਰ ਬੰਨਣੀ ਸ਼ੁਰੂ ਕਰੀਏ, ਤਾਂ ਕਿ ਦਸਤਾਰ ਬੰਨਣ ਤੋਂ ਬਾਅਦ ਜਦੋਂ ਆਪਾਂ ਕਿਸੇ ਸਾਹਮਣੇ ਜਾਈਏ ਉਹ ਸਾਨੂੰ ਇਹ ਨਾ ਪੁੱਛੇ ਵੀ ਤੁਸੀਂ ਦਸਤਾਰ ਦੀ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ ਪਰ ਤੁਸੀਂ ਖੁਦ ਸਿੱਖ ਨਹੀਂ ਹੈਗੇ। ਤੋ ਇਹ ਮੈਂ ਜ਼ਰੂਰੀ ਚਾਹਾਂਗਾ ਕਿ ਕਿਸੇ ਨੂੰ ਦੱਸਣ ਤੋਂ ਪਹਿਲਾਂ ਮਤਲਬ ਆਪ ਪਹਿਲਾਂ ਖੁਦ ਪੂਰੇ ਹੋਈਏ। ਤੇ ਇਹ ਮਤਲਬ ਇਨਸੀਡੈਂਟ ਹੈ, ਇੱਕ ਨਹੀਂ ਹੈਗੀ, ਮਤਲਬ ਈਵਨ ਕਿ ਇੰਡੀਆ ਦੇ ਵਿੱਚ ਆਪਾਂ ਸਿੱਖ ਧਰਮ ਸਭ ਨੂੰ ਪਤਾ। ਤੇ ਮੈਂ ਵੈਸੇ ਹੀ ਘੁੰਮਣ ਜਾ ਰਿਹਾ ਸੀਗਾ ਤੇ ਕੁਝ ਕਾਰਨਾਂ ਕਰਕੇ ਮਤਲਬ ਮੈਨੂੰ ਮੇਰੇ ਆਪਣੇ ਬੇਟੇ ਦੇ ਮਤਲਬ ਵਾਲ ਜਿਹੜੇ ਆ ਕਟਵਾਉਣੇ ਪਏ ਸੀਗੇ ਇੱਥੇ, ਕਿਉਂਕਿ ਡਬਲਿਨ ਦੇ ਵਿੱਚ ਮਤਲਬ ਸਕੂਲ 'ਚ ਰਹਿੰਦੇ ਹੋ ਕੋਈ ਪ੍ਰੋਬਲਮ ਆ ਰਹੀ ਸੀ। ਤੇ ਇਵੇਂ ਇੰਡੀਆ ਅਸੀਂ ਘੁੰਮ ਫਿਰ ਰਹੇ ਸੀਗੇ ਤੇ ਇੱਕ ਬੰਦੇ ਨੇ ਮਤਲਬ ਉਹ ਵੀ ਹਿੰਦੂ ਪਰਿਵਾਰ ਤੋਂ ਸੀਗਾ, ਉਹਨੇ ਮੈਨੂੰ ਮਤਲਬ ਜਦੋਂ ਮੇਰੇ ਬੇਟੇ ਵੱਲ ਦੇਖਿਆ ਤਾਂ ਉਹਨੇ ਇੱਕੋ ਕੁਐਸਚਨ ਕਹੀ ਕੀਤਾ ਵੀ ਤੁਸੀਂ ਤਾਂ ਮਤਲਬ ਸਿੱਖ ਹੋ, ਦਾੜਾ ਪ੍ਰਕਾਸ਼ ਕੀਤਾ ਹੋਇਆ ਤੇ ਤੁਸੀਂ ਆਪਣੇ ਬੇਟੇ ਦੇ ਜਿਹੜੇ ਕੇਸ ਆ ਉਹ ਕਿਉਂ ਕਤਲ ਕਰਵਾਇਆ। ਤੇ ਮੈਨੂੰ ਮਤਲਬ ਇੰਨੀ ਉਸ ਚੀਜ਼ ਤੇ ਮਤਲਬ ਇੱਕ ਤਰ੍ਹਾਂ ਦੀ ਖੁਦ ਬੇਇੱਜ਼ਤੀ ਵੀ ਮਹਿਸੂਸ ਹੋਈ ਕਿ ਹਾਂ ਜਦ ਮੈਂ ਕਟਵਾਇਆ ਤਾਂ ਮੇਰੀ ਮਤਲਬ ਕੋਈ ਮਜਬੂਰੀ ਸੀ, ਪਰ ਮਜਬੂਰੀ ਐਡੀ ਵੀ ਨਹੀਂ ਸੀਗੀ ਕਿ ਮੈਂ ਉਹਨੂੰ ਟੈਕਲ ਵੀ ਨਹੀਂ ਕਰ ਸਕਦਾ ਸੀਗਾ। ਤੇ ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕਰਨ ਦੀ ਲੋੜ ਹੈ। ਜਦੋਂ ਅਸੀਂ ਆਪਣੇ ਅੰਦਰੋਂ ਮਜ਼ਬੂਤ ਹੋਵਾਂਗੇ ਤਾਂ ਸਾਨੂੰ ਆਪਣੇ ਧਰਮ ਬਾਰੇ ਸਭ ਕੁਝ ਪਤਾ ਹੋਏਗਾ। ਜੇ ਸਾਨੂੰ ਕੱਲ੍ਹ ਨੂੰ ਕੋਈ ਦੂਜਾ ਕੁਐਸਚਨ ਕਰਦਾ ਤਾਂ ਉਹਨੂੰ ਆਨਸਰ ਅਸੀਂ ਫਟ ਦੇ ਕੇ ਦੇ ਸਕਦੇ ਹਾਂ। ਤੇ ਮੈਂ ਇਹੀ ਕਹਾਂਗਾ ਕਿ ਸਭ ਨੂੰ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲਾਂ ਦਸਤਾਰ ਅਵੇਅਰਨੈਸ ਤੇ ਦਿਵਸ 'ਤੇ ਆਪਾਂ ਜ਼ਰੂਰ ਗੁਰੂ ਦੀ ਕਿਰਪਾ ਨਾਲ ਦਸਤਾਰ ਬੰਨਣੀ ਸ਼ੁਰੂ ਕਰੀਏ, ਤਾਂ ਕਿ ਲੋਕਾਂ ਨੂੰ ਇੱਕ ਕੁਐਸਚਨ ਕਹਿਣ ਤੋਂ ਪਹਿਲਾਂ ਆਪਾਂ ਉਹਦਾ ਜਿਹੜਾ ਜਵਾਬ ਆ ਆਪਣੇ ਕੋਲ ਪਹਿਲਾਂ ਸਭ ਤੋਂ ਪਹਿਲਾਂ ਹੋਵੇ। ਤੋ ਮੈਂ ਇੰਨਾ ਹੀ ਕਹਾਂਗਾ, ਜ਼ਿਆਦਾ ਮੇਰੇ ਕੋਲ ਹੋਰ ਕੋਈ ਗੱਲ ਵੀ ਨਹੀਂ ਹੈਗੀ, ਆਪਾਂ ਪਹਿਲਾਂ ਹੀ ਬਹੁਤ ਕੁਝ ਕਹਿ ਚੁੱਕੇ ਹਾਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਭਾਈ ਸਾਹਿਬ ਭਾਈ ਮਨਮੀਤ ਸਿੰਘ ਉਹਨਾਂ ਨੇ। ਸੋ ਇਸੇ ਤਰ੍ਹਾਂ ਲਾਸਟ ਦੇ ਵਿੱਚ ਮੈਂ ਜੋ ਡਾਕਟਰ ਜਸਵੀਰ ਸਿੰਘ ਪੂਰੀ ਉਹਨਾਂ ਨੇ ਉਹ ਆਪਣੇ ਕੁਝ ਵਿਚਾਰ ਦੇਣ ਦਸਤਾਰ ਦੇ ਬਾਰੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਇਰਲੈਂਡ ਦੇ ਵਿਚਕਾਰ ਇਸ ਸਮੇਂ ਇੱਕ ਸਕੂਲ ਹੈਗਾ ਲੈਟਸ ਐਜੂਕੇਟ ਟੂਗੈਦਰ। ਉੱਥੇ ਘੱਟ ਤੋਂ ਘੱਟ ਇਸ ਸਮੇਂ ਵੀ 8 ਤੋਂ 10 ਸਿੱਖਾਂ ਦੇ ਬੱਚੇ ਪਟਕਾ ਪਾ ਕੇ ਜਾਂਦੇ ਨੇ ਔਰ ਪੜ੍ਹਦੇ ਨੇ। ਕਿਉਂਕਿ ਸਕੂਲ ਨੂੰ ਅਸੀਂ ਅਵੇਅਰ ਕਰਾਇਆ ਸੀ, ਉਹਦੀ ਫਾਊਂਡੇਸ਼ਨ ਦੇ ਉੱਤੇ ਵੀ ਦਾਸ ਗਿਆ ਸੀ, ਉੱਥੇ ਸਿੱਖਾਂ ਦੇ ਵੱਲੋਂ ਪ੍ਰੇਅਰ ਵੀ ਕੀਤੀ ਗਈ ਸੀ ਔਰ ਉਸ ਸਮੇਂ ਅਸੀਂ ਉਹਨਾਂ ਨੂੰ ਪੂਰਾ ਦੱਸਿਆ ਕਿ ਸਿੱਖ ਰਿਲੀਜਨ ਕੀ ਹੈਗਾ। ਉੱਥੇ ਸਿੱਖ ਰਿਲੀਜਨ ਦਾ ਮਾਡਲ ਚੱਲਦਾ ਹੈਗਾ। ਇਸੇ ਤਰ੍ਹਾਂ ਜਿਤਨੇ ਪ੍ਰਾਇਮਰੀ ਸਕੂਲ ਹੈਗੇ ਉਹਨਾਂ ਦੇ ਜਿਹੜੇ ਟੀਚਰਸ ਟ੍ਰੇਨਿੰਗ ਦੇ ਕੋਰਸ ਵਾਸਤੇ ਆਉਂਦੇ ਨੇ ਮੈਟਰ ਡੇਈ ਦੇ ਵਿਚਕਾਰ, ਮੈਟਰ ਡੇਈ ਇੰਸਟੀਚਿਊਟ ਆਫ ਐਜੂਕੇਸ਼ਨ, ਉੱਥੇ ਦਾਸ ਜਾ ਕੇ ਉਹਨਾਂ ਨੂੰ ਦੱਸਦਾ ਹੈਗਾ ਕਿ ਸਿੱਖ ਕੌਣ ਨੇ, ਸਿੱਖਾਂ ਦੀ ਕੀ ਰਿਕੁਆਇਰਮੈਂਟ ਹੈਗੀ। ਕੁਝ ਉਹਨਾਂ ਦੇ ਟੀਚਰਸ ਹਰ ਸਾਲ ਇਸ ਗੁਰਦੁਆਰੇ ਦੇ ਅੰਦਰ ਆਉਂਦੇ ਨੇ ਔਰ ਉਹ ਹਮੇਸ਼ਾ ਦੇਖਦੇ ਨੇ ਕਿ ਅਸੀਂ ਕਿਸ ਤਰ੍ਹਾਂ ਪ੍ਰਕਾਸ਼ ਕਰਦੇ ਹਾਂ, ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹੈਗੇ ਹਾਂ, ਕਿਸ ਤਰ੍ਹਾਂ ਸਾਡਾ ਕੀਰਤਨ ਹੁੰਦਾ ਹੈਗਾ, ਕਿਹੜਾ ਮਿਊਜ਼ਿਕ ਚੱਲਦਾ ਹੈਗਾ। ਇਹ ਉਹਨਾਂ ਨੂੰ ਇਹਦੀ ਅਵੇਅਰਨੈਸ ਹੈਗੀ। ਉਸ ਦੇ ਬਾਅਦ ਡਬਲਿਨ ਸਿਟੀ ਇੰਟਰਫੇਥ ਫੋਰਮ, ਉਹਨਾਂ ਦੇ ਸਾਰੇ ਬੰਦੇ ਇਸ ਗੁਰਦੁਆਰੇ ਦੇ ਵਿਚਕਾਰ ਆ ਚੁੱਕੇ ਨੇ। ਉਹਨਾਂ ਨੇ ਵੀ ਇੱਕ ਬੁੱਕ ਪਬਲਿਸ਼ ਕੀਤੀ ਸੀ, ਡੂਜ਼ ਐਂਡ ਡੋਂਟਸ ਇਨ ਐਨ ਰਿਲੀਜੀਅਸ ਪਲੇਸ, ਜਿਹਦੇ 'ਚ ਸਿੱਖਾਂ ਦੇ ਨਿਸ਼ਾਨ ਸਾਹਿਬ ਦਿਖਾਏ ਗਏ ਸਨ, ਖੰਡਾ ਦਿਖਾਇਆ ਗਿਆ ਚੱਕਰ ਦੇ ਨਾਲ ਔਰ ਉਹਦੇ ਵਿਚਕਾਰ ਲਿਖਿਆ ਗਿਆ ਕਿ ਕਿਸ ਤਰ੍ਹਾਂ ਗੁਰਦੁਆਰੇ ਦੇ ਅੰਦਰ ਐਂਟਰ ਕਰਨਾ ਹੈ। ਅਵੇਅਰਨੈਸ ਕੀਤੀ ਜਾ ਰਹੀ ਹੈ, ਲੇਕਿਨ ਉਹ ਇੱਕ ਤੁਸੀਂ ਕਹੋ ਨਾ ਕਿ
ਪੂਰੇ ਜਿੱਥੇ ਜਿੱਥੇ ਹੁਣ ਜਿਸ ਤਰ੍ਹਾਂ ਸਕੂਲਾਂ ਦੇ ਵਿਚਕਾਰ ਬੱਚਿਆਂ ਨੂੰ ਤਕਲੀਫ ਆਈ, ਸਾਡੇ ਇੱਕ ਫਰੈਂਡ ਦੇ ਬੱਚੇ ਨੂੰ ਤਕਲੀਫ ਆਈ ਸੀ ਕਿ ਦਾੜੀ ਆਈ ਕਿ ਉਹ ਕਹਿੰਦੇ ਦਾੜੀ ਕਟਾਓ, ਸਕੂਲ ਵਿੱਚ ਦਾੜੀ ਨਹੀਂ ਰੱਖ ਸਕਦੇ। ਉਹਨਾਂ ਦੇ ਬਿਸ਼ਪ ਦੇ ਨਾਲ ਗੱਲ ਕੀਤੀ ਐਂਡ ਦੇ ਐਗਰੀਡ, ਆਰਕ ਬਿਸ਼ਪ ਦੇ ਨਾਲ ਕੀਤੀ, ਦੇ ਐਗਰੀਡ। ਹੁਣ ਉਸ ਸਕੂਲ ਨੂੰ ਪਤਾ ਹੈਗਾ ਕਿ ਸਿੱਖਾਂ ਦੇ ਬੱਚੇ ਦਾੜੀ ਨਹੀਂ ਕੱਟਦੇ। ਮੇਰਾ ਆਪਣਾ ਬੱਚਾ ਇੱਥੇ ਹੀ ਪੜ੍ਹਿਆ ਹੈਗਾ, ਉਹਨੂੰ ਸਕੂਲ ਵਿੱਚ ਤਕਲੀਫ ਆਈ, ਸਕੂਲ ਗਏ, ਜਾ ਕੇ ਐਕਸਪਲੇਨ ਕੀਤਾ, ਪੂਰੀ ਸਕੂਲ ਦੀ ਅਸੈਂਬਲੀ ਦੇ ਵਿਚਕਾਰ ਐਕਸਪਲੇਨ ਕੀਤਾ ਕਿ ਸਿੱਖ ਕੌਣ ਹੁੰਦਾ। ਇਸ ਕਰਕੇ ਕਿਸੇ ਦੇ ਬੱਚੇ ਨੂੰ ਕੋਈ ਤਕਲੀਫ ਆਏ, ਉਹਦਾ ਫਰਜ਼ ਬਣਦਾ ਕਿ ਸਕੂਲ ਦੇ ਹੈਡਮਾਸਟਰ ਨੂੰ ਜਾ ਕੇ ਮਿਲੇ, ਉਹਨੂੰ ਐਕਸਪਲੇਨ ਕਰੇ। ਅਗਰ ਜੇ ਉਹ ਆਪ ਐਕਸਪਲੇਨ ਨਹੀਂ ਕਰ ਸਕਦਾ, ਕਮਿਊਨਿਟੀ ਦੇ ਵਿਚਕਾਰ ਬੰਦੇ ਹੈਗੇ ਆ, ਦਾਸ ਹੈਗਾ, ਕੇਵਲ ਸਿੰਘ ਹੈਗਾ, ਸਤਵਿੰਦਰ ਸਿੰਘ ਹੈਗਾ, ਅਸੀਂ ਸਾਰੇ ਜਾ ਸਕਦੇ ਹਾਂ ਉੱਥੇ, ਵੀ ਕੈਨ ਐਕਸਪਲੇਨ। ਇਹ ਸਾਡੀ ਆਪਣੀ ਘਾਟ ਹੈਗੀ ਕਿ ਅਸੀਂ ਆਪਣੇ ਛੋਟੇ ਛੋਟੇ ਸੋਲੂਸ਼ਨ ਬਜਾਏ ਔਕੜਾਂ ਨੂੰ ਫੇਸ ਕਰਨ ਦੇ ਅਸੀਂ ਉੱਥੇ ਆਪਣਾ ਸਿਰ ਝੁਕਾ ਦਿੰਦੇ ਆ ਕਿ ਨਹੀਂ ਅਸੀਂ ਉਹ ਕਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਡਾਕਟਰ ਸਾਹਿਬ ਹੁਣਾਂ ਨੇ ਆਪਣੇ ਵਿਚਾਰ ਦਿੱਤੇ ਕਿ ਲਾਸਟ ਟਾਈਮ ਕਿਉਂ ਟਾਈਮ ਵੀ ਜਿਹੜਾ ਸਮਾਂ ਆ ਉਹ ਇਜਾਜ਼ਤ ਨਹੀਂ ਦਿੰਦਾ ਕਿ ਘੜੀ ਨੇ ਰੁਕਣਾ ਨਹੀਂ ਆ। ਇਸੇ ਤਰ੍ਹਾਂ ਦਾਸ ਬੇਨਤੀ ਕਰਦਾ ਭਾਈ ਸਾਹਿਬ ਭਾਈ ਜਸਪਾਲ ਸਿੰਘ ਹੁਣਾਂ ਨੂੰ, ਸੋ ਲਾਸਟ ਕੁਝ ਸੈਕਿੰਡਾਂ ਦੇ ਵਿੱਚ ਆਪਣੇ ਵਿਚਾਰ ਦਸਤਾਰ ਦੇ ਬਾਰੇ ਜ਼ਰੂਰ ਦੇਣ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਤਾਰ ਜਿਹੜਾ ਜੇ ਦੇਵ ਨਾ ਹੋ ਰਿਹਾ ਬਹੁਤ ਵਧੀਆ ਸਿੱਖ ਚੈਨਲ ਵਾਸਤੇ, ਸਾਡੇ ਵਾਸਤੇ ਵੀ। ਪਰ ਇੱਕ ਦੋ ਕੁਐਸਚਨ ਆ ਮੇਰੇ ਇਹਨਾਂ ਵਾਸਤੇ, ਪੈਨਲ ਵਾਸਤੇ ਵੀ। ਜਿੱਦਾਂ ਅਸੀਂ ਕੰਮ ਕਰ ਰਹੇ ਸੀਗੇ ਤੇ ਮੈਂ ਦਸਤਾਰ ਬੰਨੀ, ਮੇਰੇ ਨਾਲ ਦੇ ਬੰਦੇ ਨੇ ਦਸਤਾਰ ਨੇ ਬੰਨੀ, ਤਾਂ ਮੈਨੂੰ ਪੁੱਛਦਾ ਵੀ ਇਹ ਦਸਤਾਰ ਨਹੀਂ, ਇਹ ਸਿੰਘ ਨਹੀਂ ਕਿ ਤੂੰ ਸਿੰਘ ਆ? ਮੈਂ ਕਿਹਾ ਹਾਂ ਮੈਂ ਸਿੰਘ ਆ, ਇਹ ਵੀ। ਉਹ ਕਹਿੰਦਾ ਮੈਂ ਵੀ ਸਿੰਘ ਆ। ਉਹ ਕਹਿੰਦਾ ਵੀ ਤੇਰੇ ਦਸਤਾਰ ਨਹੀਂ ਤੇ ਇਹਦੇ ਦਸਤਾਰ ਆ। ਕਹਿੰਦਾ ਮੈਂ ਸਿੰਘ ਆ, ਤੁਹਾਡੇ 'ਚ ਫਰਕ ਕੀ ਆ? ਉਹ ਗੋਰੇ ਨੇ ਮੈਨੂੰ ਇਹ ਗੱਲ ਪੁੱਛੀ ਵੀ ਤੁਹਾਡੇ 'ਚ ਫਰਕ ਕੀ ਆ ਦੋਨਾਂ 'ਚ? ਉਹਨਾਂ ਨੂੰ ਇਹ ਹੁਣ ਕੀ ਦੱਸਾਂਗੇ, ਇੱਕ ਬੰਦਾ ਕਲੀਨ ਸ਼ੇਪ ਹੈ, ਇੱਕ ਬੰਦਾ ਦਸਤਾਰ ਬੰਨੀ, ਉਹਨੂੰ ਕੀ ਦੱਸਾਂ ਕੀ ਫਰਕ ਆ ਸਾਡੇ 'ਚ? ਉਸ ਤੋਂ ਬਾਅਦ ਕਈ ਬੰਦੇ ਆ ਦਸਤਾਰ ਬੰਨ੍ਹਦੇ ਆ, ਦਸਤਾਰ ਬੰਨ੍ਹਣ ਨਹੀਂ ਨੇ, ਦਸਤਾਰ ਲਾਉਣੀ ਕਿੱਦਾਂ ਆ? ਕਈ ਟੋਪੀ ਮੰਗ ਲਾ ਕੇ ਘਰ ਲਾ ਕੇ ਰੱਖ ਦਿੰਦੇ ਆ ਦਸਤਾਰ ਨੂੰ। ਉਹਦਾ ਲਾਉਣ ਦਾ ਵੀ ਢੰਗ ਪਤਾ ਹੋਣਾ ਚਾਹੀਦਾ ਹੈ। ਥੋੜ੍ਹੀ ਦਸਤਾਰ ਬੰਨ੍ਹ ਲਈ, ਬੰਨ੍ਹਦੇ ਤਾਂ ਬਹੁਤ ਸੋਹਣੀ ਆ, ਦਸਤਾਉਂਦੇ ਬੜੀ ਸੋਹਣੀ ਸਜਾਉਂਦੇ ਆ, ਜਿਹੜਾ ਲਾਉਣੀ ਆ ਟੋਪੀ ਮੰਗ ਲਾ ਕੇ। ਪਰ ਨਹੀਂ, ਇਹ ਟੋਪੀ ਮੰਗ ਅਸੀਂ ਲਾ ਨਹੀਂ ਸਕਦੇ। ਕਈ ਬੰਦੇ ਪਟਕਾ ਛੋਟਾ ਜਿਹਾ ਪਟਕਾ ਬੰਨ੍ਹ ਲੈਂਦੇ ਆ, ਤੋਂ ਉੱਤੇ ਟੋਪੀ ਲੈ ਲੈਂਦੇ ਆ, ਉਹ ਵੀ ਕਹਿੰਦੇ ਅਸੀਂ ਦਸਤਾਰ ਬੰਨੀ, ਉਹ ਵੀ ਦਸਤਾਰ ਆ। ਕੀ ਪਟਕਾ ਬੰਨ੍ਹ ਸਕਦੇ? ਪਟਕਾ ਬੰਨ੍ਹ ਕੇ ਉੱਤੇ ਟੋਪੀ ਲੈ ਸਕਦੇ ਹਾਂ। ਹੋਵੇ ਸਿੱਖ ਸਿਰ ਤੋਂ ਟੋਪੀ ਧਰੇ, 7 ਜਨਮ ਕੋੜੀ ਹੋ ਮਰੇ, ਗੁਰੂ ਗੋਬਿੰਦ ਸਿੰਘ ਨੇ ਕਿਹਾ। ਹਾਂ ਠੀਕ ਹੈ ਕਿ ਨਹੀਂ? ਪਰ ਤੁਸੀਂ ਇਹ ਮੈਨੂੰ ਜਵਾਬ ਦੇ ਸਕਦੇ ਹੋ ਵੀ ਉਹ ਦਸਤਾਰ ਬੰਨ੍ਹ ਕੇ ਟੋਪੀ ਨਹੀਂ। ਪੱਟੀ ਸਾਹਿਬ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ। ਸੋ ਅੱਜ ਦਾ ਜੋ ਆਪਣਾ ਟੌਪਿਕ ਹੈ, ਟੌਪਿਕ ਸਿਰਫ ਇਹ ਆਪਾਂ ਦਸਤਾਰ ਅਵੇਅਰਨੈਸ ਦੱਸਣੀ ਆ, ਦਸਤਾਰ ਕਿਉਂ ਸਜਾਉਂਦੇ ਅਸੀਂ। ਕਿਉਂਕਿ ਅਸੀਂ ਇਹ ਨਹੀਂ ਜਿਹੜਾ ਨਹੀਂ ਵੀ ਸਜਾਉਂਦੇ ਆਪਾਂ ਉਹਨਾਂ ਨੂੰ ਵੀ ਕਰਨੀ, ਗੁਰੂ ਮਹਾਰਾਜ ਉਹਨਾਂ 'ਤੇ ਵੀ ਕਿਰਪਾ ਕਰੇ, ਉਹਨਾਂ ਨੂੰ ਵੀ ਦੇਵੇ। ਆਪਾਂ ਇਹ ਦੱਸਣੀ ਦਸਤਾਰ ਆਪਾਂ ਕਿਉਂ ਸਜਾਉਂਦੇ ਆ, ਕਿਉਂਕਿ ਆਪਾਂ ਦੂਜਿਆਂ ਨੂੰ ਦੱਸਣਾ ਆ। ਆਪਾਂ ਇਹ ਨਹੀਂ ਕਿੰਤੂ ਪਰੰਤੂ ਕਰ ਸਕਦੇ। ਹਾਂ ਠੀਕ ਆ। ਅਤੇ ਸੋ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਸਿੱਖ ਚੈਨਲ ਦਾ, ਜਿਨ੍ਹਾਂ ਨੇ ਇਹ ਜੋ ਪ੍ਰੋਗਰਾਮ ਰੱਖਿਆ ਹੈ। ਗੁਰੂ ਮਹਾਰਾਜ ਸਿੱਖ ਚੈਨਲ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਇਸੇ ਤਰ੍ਹਾਂ ਇਹ ਪ੍ਰੋਗਰਾਮ ਬਣਾਉਂਦੇ ਰਹਿਣ ਅਤੇ ਸਾਨੂੰ ਡਬਲਨ ਦੀਆਂ ਸੰਗਤਾਂ ਨੂੰ ਵੀ ਇਸੇ ਤਰ੍ਹਾਂ ਟਾਈਮ ਦਿੰਦੇ ਰਹਿਣ, ਤਾਂ ਕਿ ਅਸੀਂ ਵੀ ਦੱਸ ਸਕੀਏ। ਅਸੀਂ ਵੀ ਯੂਰਪ ਦੇ ਵਿੱਚ ਕਿਤੇ ਨਾ ਕਿਤੇ ਰਹਿੰਦੇ ਹਾਂ। ਅੱਜ ਤੱਕ ਕਿਸੇ ਨੂੰ ਆਇਰਲੈਂਡ ਦਾ ਪਤਾ ਹੀ ਨਹੀਂ ਸੀ। ਕਈ ਵਾਰੀ ਇੰਡੀਆ ਜਾ ਕੇ ਜਾਂ ਕਿਤੇ ਹੋਰ ਜਾ ਕੇ ਵੀ ਦੱਸੀ ਆਇਰਲੈਂਡ ਕਿੱਥੇ ਆ, ਕਿਸੇ ਨੂੰ ਆਇਰਲੈਂਡ ਦਾ ਨਹੀਂ ਸੀ ਪਤਾ। ਸੋ ਸਿੱਖ ਚੈਨਲ ਨੇ ਸਾਨੂੰ ਵੀ ਦੁਨੀਆ ਦੇ ਵਿੱਚ ਦੱਸਿਆ ਵੀ ਆਇਰਲੈਂਡ ਦੇ ਵਿੱਚ ਵੀ ਅਸੀਂ ਕਿਤੇ ਵੱਸਦੇ ਹਾਂ, ਡਬਲਨ ਦੇ ਵਿੱਚ ਵੱਸਦੇ ਹਾਂ, ਅਤੇ ਇੱਥੇ ਵੀ ਗੁਰੂ ਘਰ ਹੈ। ਸੋ ਜਿਸ ਗੁਰੂ ਘਰ ਦੀ ਸਿੱਖ ਚੈਨਲ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ। ਸੋ ਅੱਜ ਅਸੀਂ ਇੱਥੇ ਖੜ੍ਹੇ ਹਾਂ ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਸਿੱਖ ਚੈਨਲ ਦਾ ਹੱਥ ਹੈ। ਅੱਜ ਅਸੀਂ ਇੱਥੇ ਖੜ੍ਹੇ ਹਾਂ ਕਿਉਂ ਜਿੰਨੀ ਅਵੇਅਰਨੈਸ ਸਿੱਖ ਚੈਨਲ ਨੇ ਦੱਸੀ ਆ ਇਸ ਗੁਰੂ ਘਰ ਦੇ ਕੀ ਮੁੱਦੇ ਦੇ ਸੀਗੇ, ਤਾਂ ਸਿੱਖ ਚੈਨਲ ਨੇ ਸਾਨੂੰ ਸ਼ੋਲਡਰ ਟੂ ਸ਼ੋਲਡਰ ਮਿਲਾ ਕੇ ਸਾਡੀ ਹੈਲਪ ਕੀਤੀ, ਫੰਡ ਇਕੱਠਾ ਕੀਤਾ, ਸਭ ਕੁਝ ਕੀਤਾ। ਦਾਸ ਆਪਣੇ ਪੱਖ ਤੋਂ, ਸੋ ਸਾਰੀ ਕਮੇਟੀ ਦੇ ਪੱਖ ਤੋਂ, ਸਾਰੇ ਪ੍ਰਬੰਧਕਾਂ ਦੇ, ਟਰਸਟੀਆਂ ਦੇ, ਐਂਡ ਸਾਰੀ ਡਬਲਨ ਦੀ ਆਇਰਲੈਂਡ ਦੀ ਸੰਗਤ ਦੇ ਪੱਖ ਤੋਂ ਸਿੱਖ ਚੈਨਲ ਦਾ ਤਹਿ ਦਿਲੋਂ ਧੰਨਵਾਦੀ ਆ। ਸੋ ਗੁਰੂ ਮਹਾਰਾਜ ਸਿੱਖ ਚੈਨਲ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਹਾਂ ਸਾਰੇ ਵੀਰਾਂ ਦਾ, ਕਿਉਂਕਿ ਕਾਫੀ ਜਿਹੜੇ ਵਿਚਾਰ ਦਿੱਤੇ ਆ, ਤੁਹਾਡੇ ਸਾਰੇ ਵੈਲਿਡ ਪੁਆਇੰਟ ਸੀਗੇ, ਪਰ ਆਪਣੇ ਕੋਲ ਸਮਾਂ ਬਹੁਤ ਘੱਟ ਹੈ। ਇੱਕ ਦੋ ਸਾਡੇ ਕੋਲ ਹੋਰ ਨੌਜਵਾਨ ਹਨ, ਰਾਜਾ ਜੀ ਇਹਨਾਂ ਨੇ ਵੀ ਬੋਲਣਾ ਹੈ, ਡਾਕਟਰ ਰਜਵਿੰਦਰ ਕੌਰ ਜੀ ਇਹਨਾਂ ਨੇ ਵੀ 1-2 ਮਿੰਟ ਬੋਲਣਾ। ਸੋ ਮੈਂ ਬੇਨਤੀ ਕਰਾਂਗਾ ਸਾਡੇ ਰਾਜਾ ਜੀ ਜਿਹਨੇ ਬਹੁਤ ਪਿਆਰ ਦੇ ਨਾਲ ਨਿਕਨੇਮ ਰਾਜਾ ਜੀ, 1 ਸਕਿੰਟ ਬਾਅਦ ਤੁਹਾਡੇ ਕੋਲ, ਕਿਉਂਕਿ ਟਾਈਮ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਿੱਖ ਚੈਨਲ ਦੇਖ ਰਹੇ ਹਾਂ,
ਆਇਰਲੈਂਡ, ਇੰਗਲੈਂਡ, ਯੂਰਪ ਤੇ ਸਾਰੀ ਦੁਨੀਆ ਦੇ ਵਿੱਚ ਬ੍ਰੌਡਕਾਸਟ ਕੀਤਾ ਜਾ ਰਿਹਾ ਸਕਾਈ ਟੀਵੀ ਤੇ 8 to 9 ਤੇ। ਸਾਰਿਆਂ ਨੂੰ ਸਿੱਖ ਚੈਨਲ ਵੱਲੋਂ ਦਸਤਾਰ ਅਵੇਅਰਨੈਸ ਡੇ ਤੇ ਲੱਖ ਲੱਖ ਵਧਾਈ ਹੋਵੇ। ਤੇ ਆਪ ਸਾਰੇ ਜਾਣਦੇ ਹੋ ਕਿ ਅੱਜ ਮੀਡੀਆ ਦਾ ਯੁੱਗ ਆ ਤੇ ਦਸਤਾਰ ਅਵੇਅਰਨੈਸ ਤੇ ਤਾਂ ਸਾਰੀਆਂ ਸੰਗਤਾਂ ਨੇ ਵਿਚਾਰ ਦਿੱਤੇ ਆ, ਪਰ ਮੈਂ ਸਭ ਨੂੰ ਇਹ ਵੀ ਕਹਿਣਾ ਆ ਵੀ ਸਿੱਖ ਚੈਨਲ ਦਾ ਸਹਿਯੋਗ ਵੀ ਦਿਓ, ਇਹਨਾਂ ਨੂੰ ਫਾਈਨੈਂਸ਼ਲੀ ਵੀ ਹੈਲਪ ਕਰੋ, ਤਾਂ ਕਿ ਇੱਕੋ ਹੀ ਇੱਕ ਚੈਨਲ ਆ ਸਿੱਖ ਚੈਨਲ ਜਿਹੜਾ ਅੱਜ ਸਿੱਖਾਂ ਦੇ ਮੁੱਦਿਆਂ ਨੂੰ ਪੂਰੀ ਦੁਨੀਆ ਦੇ ਵਿੱਚ ਬ੍ਰੌਡਕਾਸਟ ਕਰ ਰਿਹਾ। ਸੋ ਇਹ ਬਹੁਤ ਹੀ ਇੰਨਾ ਸੀਰੀਅਸ ਮੈਟਰ ਆ ਵੀ ਆਪਾਂ ਇਹਨੂੰ ਸਿਰਫ ਵਿਚਾਰਾਂ 'ਚ ਨਾ ਰੱਖੀਏ, ਆਪਣੀ ਕਮਾਈ ਦਾ ਦਸਵੰਧ ਕੱਢ ਕੇ ਵੀ ਸੇਵਾ ਕੀਤੀ ਜਾਵੇ, ਤਾਂ ਕਿ ਸਾਡੇ ਜਿੰਨੇ ਵੀ ਪ੍ਰੋਬਲਮ ਆਉਂਦੇ ਆ ਮੈਟਰ ਸਿੱਖ ਚੈਨਲ ਦੇ ਥਰੂ ਆਪਾਂ ਪੂਰੇ ਦੁਨੀਆ ਦੇ ਵਿੱਚ ਰੱਖਦੇ ਆ, ਵੀ ਇਹਨਾਂ ਨੂੰ ਵੀ ਨਾ ਕਮੀ ਆਵੇ। ਸਾਡੇ ਮੈਟਰ ਨੂੰ ਵੱਧ ਤੋਂ ਵੱਧ ਚੜ ਕੇ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣ। ਵਰਿੰਦਰਪਾਲ ਸਿੰਘ ਜੀ ਨੇ ਮੈਟਰ ਰੱਖਿਆ ਸੀਗਾ ਵੀ ਸਾਨੂੰ ਯੂਰਪ ਦੇ ਵਿੱਚ ਵੀ ਪਾਰਲੀਮੈਂਟ 'ਚ ਮੈਟਰ ਰੱਖਣਾ ਚਾਹੀਦਾ। ਜੇ ਸਾਡੇ ਕੋਲੇ ਮੀਡੀਆ ਹੈਗਾ ਆ ਤਾਂ ਅਸੀਂ ਇਹਨੂੰ ਪੂਰੀ ਦੁਨੀਆ ਦੇ ਵਿੱਚ ਰੱਖ ਸਕਦੇ ਹਾਂ। ਸੋ ਮੇਰੀ ਸਾਰਿਆਂ ਅੱਗੇ ਇਹੀ ਬੇਨਤੀ ਹੱਥ ਜੋੜ ਕੇ ਵੀ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਸਿੱਖ ਚੈਨਲ ਦੀ ਹੈਲਪ ਕੀਤੀ ਜਾਵੇ, ਤਾਂ ਕਿ ਇੱਦਾਂ ਦੇ ਜਿੰਨੇ ਵੀ ਸਾਨੂੰ ਪ੍ਰੋਬਲਮ ਹੈ ਉਹ ਮੀਡੀਆ ਦੇ ਰਾਹੀਂ ਪੂਰੇ ਵਰਲਡ 'ਚ ਬ੍ਰੌਡਕਾਸਟ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਰਵਿੰਦਰ ਸਿੰਘ ਜੀ ਰਾਜਾ, ਜਿਹਨੂੰ ਨਿਕਨੇਮ ਅਸੀਂ ਬਹੁਤ ਪਿਆਰ ਨਾਲ ਕਹਿੰਦੇ ਹਾਂ। ਸੱਚੀ ਗੱਲ ਇਹ ਹੈ ਵੀ ਜਦ ਅਸੀਂ ਡਬਲਿਨ 'ਚ ਆਉਂਦੇ ਹਾਂ ਤੇ ਕਾਫੀ ਸਮੇਂ ਤੋਂ ਮੈਂ ਦੇਖ ਰਿਹਾ ਹਾਂ, ਜਦੋਂ ਕੋਈ ਵੀ ਲੋਕ ਸੇਵਾ ਦਾ ਕੰਮ ਹੁੰਦਾ ਹੈ ਇਹ ਨੌਜਵਾਨ ਪਹਿਲਾਂ ਫਾਰਵਰਡ ਹੁੰਦੇ ਹਨ ਆਪਣੇ ਕਾਰੋਬਾਰ ਨੂੰ ਕੰਮਕਾਜ ਨੂੰ ਛੱਡ ਕੇ। ਸਾਡੇ ਨਾਲ ਡਾਕਟਰ ਰਜਵਿੰਦਰ ਕੌਰ ਜੀ, ਇਹ ਵੀ 1 ਮਿੰਟ ਵਾਸਤੇ ਦਸਤਾਰ ਬਾਰੇ ਕੁਝ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਨਾ ਹੀ ਕਹਿਣਾ ਚਾਹੂੰਗੀ ਕਿ ਜਿਸ ਤਰ੍ਹਾਂ ਅੰਕਲ ਜੀ ਨੇ ਸਕੂਲ ਵਿੱਚ ਕਿਹਾ ਕਿ ਸਕੂਲਾਂ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ, ਤੁਸੀਂ ਅਗਰ ਟੀਚਰਾਂ ਨਾਲ ਗੱਲ ਕਰੋ, ਪ੍ਰਿੰਸੀਪਲ ਨਾਲ ਗੱਲ ਕਰੋ ਤਾਂ ਉਹ ਤੁਹਾਨੂੰ ਪੂਰਾ ਕੋਆਪਰੇਟ ਕਰਦੇ ਹੈ। ਇਹ ਸਾਡੀ ਆਪਣੀ ਕਮੀ ਹੈ। ਜ਼ਿਆਦਾਤਰ ਪ੍ਰੋਬਲਮ ਆਉਂਦੀ ਹੈ ਬੱਚਾ ਨਾਲ ਦੇ ਬੱਚਿਆਂ ਨਾਲ ਇੰਟਰੈਕਟ ਕਰਦਾ ਹੈ ਜਾਂ ਫਿਰ ਉਹਨਾਂ ਦੇ ਪੇਰੈਂਟਸ, ਮੇਰਾ ਬੱਚਾ ਜਦ ਸਕੂਲ ਜਾਂਦਾ ਹੈ ਤਾਂ ਪੇਰੈਂਟਸ ਪੁੱਛਦੇ ਹੈ ਇਹ ਮੁੰਡਾ ਹੈ ਕਿ ਕੁੜੀ ਹੈ। ਤਾਂ ਆਈ ਥਿੰਕ ਕਿ ਸਾਨੂੰ ਇੱਥੇ ਦੀ ਸੁਸਾਇਟੀ 'ਚ ਇਹ ਅਵੇਅਰਨੈਸ ਲੈ ਕੇ ਆਉਣੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਰਦਾਰ ਬੱਚੇ ਹੁੰਦੇ ਆ ਉਹ ਕਿੱਦਾਂ ਲੱਗਦੇ ਆ। ਅਸੀਂ ਕੋਸ਼ਿਸ਼ ਕੀਤੀ ਸੀ ਸਕੂਲ 'ਚ ਜਾ ਕੇ ਡੈਮੋ ਦਿੱਤੀ ਸੀਗੀ, ਪੂਰੀ ਡੈਮੋਸਟ੍ਰੇਸ਼ਨ ਦਿੱਤੀ ਸੀਗੀ ਸਿੱਖ ਰਿਲੀਜਨ 'ਤੇ, ਔਰ ਰਿਕੁਐਸਟ ਵੀ ਕੀਤੀ ਹੈ ਸਕੂਲ ਨੂੰ ਕਿ ਜਿਹੜੀ ਕਲਾਸ ਦੇ ਬੱਚੇ ਆ ਉਹ ਗੁਰਦੁਆਰਾ ਸਾਹਿਬ ਆ ਕੇ ਵਿਜ਼ਿਟ ਕਰਨ, ਤੇ ਆਈ ਹੋਪ ਕਿ ਸਾਡੀ ਰਿਕੁਐਸਟ ਛੇਤੀ ਮੰਨੀ ਜਾਏਗੀ। ਤੇ ਇਹ ਪੇਰੈਂਟਸ ਦੀ ਆਪਣੀ ਕਮਜ਼ੋਰੀ ਹੈ ਕਿ ਅਸੀਂ ਜਿੱਦਾਂ ਭਾਜੀ ਸਤਵਿੰਦਰ ਸਿੰਘ ਜੀ ਨੇ ਕਿਹਾ ਸੀਗਾ ਕਿ ਯੁਵਾ ਪੀੜ੍ਹੀ ਨੂੰ ਅੱਜ ਆਪਣੇ ਸਿੱਖ ਹੋਣ 'ਤੇ ਮਾਣ ਨਹੀਂ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਅੱਜ ਮੀਡੀਆ ਦੇ ਵਿੱਚ ਸਿੱਖ ਦਾ ਕੋਈ ਉਹ ਨਹੀਂ ਹੋ ਰਿਹਾ, ਪ੍ਰਚਾਰ ਨਹੀਂ ਹੋ ਰਿਹਾ। ਅਤੇ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਨੂੰ ਅੱਗੇ ਆਉਣ ਦੀ ਲੋੜ ਹੈ ਕਿ ਆਪਣੇ ਆਪ ਨੂੰ ਇਹ ਦੁਨੀਆ ਨੂੰ ਦਿਖਾਇਆ ਜਾਏ ਕਿ ਅਸੀਂ ਸਿੱਖ ਹਾਂ ਅਤੇ ਸਾਨੂੰ ਸਿੱਖ ਹੋਣ 'ਤੇ ਮਾਣ ਹੈ, ਨਾ ਕਿ ਇਸ ਚੀਜ਼ ਦਾ ਆਪਣੇ ਕੇਸ ਕਤਲ ਕਰਾ ਕੇ ਰਸਤਾ ਲੱਭਿਆ ਜਾਏ। ਅਤੇ ਦੂਜੀ, ਅਸੀਂ ਡਬਲਿਨ 'ਚ ਇੱਕ ਸੇਂਟ ਪੈਟਰਿਕ ਡੇ ਹੁੰਦਾ ਹੈ, ਉੱਥੇ ਇੱਕ ਵਾਰ ਸਿੱਖਾਂ ਨੇ ਭੰਗੜਾ ਕੀਤਾ ਸੀ। ਉਹ ਇੱਕ ਬਹੁਤ ਵਧੀਆ ਉਪਰਾਲਾ ਸੀਗਾ ਤੇ ਇੱਕ ਵਰਲਡ ਕਲਚਰ ਫੈਸਟੀਵਲ ਹੁੰਦਾ ਰਿਹਾ ਜਿਹਦੇ 'ਚ ਗੱਤਕਾ ਪੇਸ਼ ਕੀਤਾ ਗਿਆ ਸੀਗਾ। ਆਈ ਥਿੰਕ ਇੱਦਾਂ ਦੇ ਹੋਰ ਪ੍ਰੋਗਰਾਮ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਇੱਥਾਂ ਦੇ ਲੋਕਾਂ ਨੂੰ ਅਵੇਅਰਨੈਸ ਹੋਏ ਕਿ ਸਿੱਖ ਕੀ ਨੇ ਔਰ ਉਹਨਾਂ ਦਾ ਕਲਚਰ ਕੀ ਹੈ। ਸੋ ਮੈਂ ਇਹੀ ਬੇਨਤੀ ਕਰਾਂਗੀ ਇੱਥੇ ਦੀ ਸੰਗਤ ਨੂੰ ਔਰ ਇੰਟਰਨੈਸ਼ਨਲ ਲੈਵਲ 'ਤੇ ਕਿ ਜਿੱਥੇ ਵੀ ਅਸੀਂ ਬਾਹਰ ਦੇਸ਼ਾਂ 'ਚ ਰਹਿ ਰਹੇ ਹਾਂ ਆਪਣੇ ਕਲਚਰ ਦੇ ਕੋਈ ਨਾ ਕੋਈ ਫੰਕਸ਼ਨਸ ਜ਼ਰੂਰ ਕਰੀਏ, ਕਮਿਊਨਿਟੀ ਲੈਵਲ 'ਤੇ ਕਰੀਏ, ਚੈਰਿਟੀ ਲੈਵਲ 'ਤੇ ਕਰੀਏ, ਜਾਂ ਫ੍ਰੀ ਆਪਣੀ ਸਿੱਖ ਮੈਡੀਟੇਸ਼ਨ ਆਫਰ ਕਰ ਸਕਦੇ ਹਾਂ ਲੋਕਾਂ ਨੂੰ। ਇਸ ਤਰ੍ਹਾਂ ਅਸੀਂ ਅਵੇਅਰ ਕਰਾ ਸਕਦੇ ਹਾਂ ਅਤੇ ਸਾਨੂੰ ਆਪਣੇ ਸਿੱਖ ਹੋਣ 'ਤੇ ਮਾਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਣਾ ਜਿਹੜਾ ਸਮਾਂ ਹੈ ਕਾਫੀ ਜ਼ਿਆਦਾ ਹੋ ਚੁੱਕਿਆ ਹੈ, ਸੋ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਮੈਂ ਫਿਰ ਬੇਨਤੀ ਕਰਦਾ ਕਿਸੇ ਵੀ ਸਿੰਘ ਨੇ ਵਿਚਾਰ ਦੇਣੇ ਹੋਣ ਤੇ 1-2 ਮਿੰਟ ਦੇ ਵਿੱਚ ਪਲੀਜ਼। ਹਾਂਜੀ, ਮੇਰਾ ਨਾਮ ਜੀ ਹਰਪ੍ਰੀਤ ਸਿੰਘ ਤੇ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਦਿਨ ਮਨਾ ਰਹੇ ਹਾਂ ਦਸਤਾਰ ਅਵੇਅਰਨੈਸ ਦਾ। ਹੁਣ ਕੁਐਸਚਨ, ਅਸੀਂ ਅਵੇਅਰਨੈਸ ਕਿੱਦਾਂ ਦੇਵਾਂਗੇ? ਸਾਨੂੰ ਖੁਦ ਨੂੰ ਦਸਤਾਰ ਬੰਨਣੀ ਚਾਹੀਦੀ ਹੈ, ਸਾਨੂੰ ਕੰਮਾਂ ਕਾਰਾਂ ਦੀ ਦਸਤਾਰ ਬੰਨ੍ਹ ਕੇ ਜਾਣੀ ਚਾਹੀਦੀ ਹੈ, ਕਿਉਂਕਿ ਸਾਨੂੰ ਅਗਲਾ ਖੁਦ ਆ ਕੇ ਕੁਐਸਚਨ ਕਰੇ ਵੀ ਅਸੀਂ ਦਸਤਾਰ ਕਿਉਂ ਬੰਨੀ, ਅਸੀਂ ਕੌਣ ਆ, ਅਸੀਂ ਦਸਤਾਰ ਬੰਨ੍ਹਣ ਨੂੰ ਦੱਸ ਸਕੀਏ। ਅਤੇ ਪਿਛਲੇ 2 ਕੁ ਸਾਲ ਮੈਂ ਇੰਡੀਆ ਦੇ ਵਿੱਚ ਇਹੋ ਜਿਹੇ ਕੇਸ ਵੇਖੇ ਆ ਕਿ ਕੋਈ ਮੌਕਾ ਆਉਂਦਾ ਇੰਡੀਆ ਦੇ ਵਿੱਚ ਦਸਤਾਰ ਬੰਨ੍ਹਣ ਦਾ, ਉਹਨਾਂ ਵਿੱਚ ਇੱਕ ਮੌਕਾ ਆ ਜੀ ਵਿਆਹ ਸ਼ਾਦੀ ਦਾ, ਅਤੇ ਉਹ ਮੌਕਾ ਅੱਜ ਕੱਲ੍ਹ ਦੀ ਜਨਰੇਸ਼ਨ ਉੱਥੇ ਖੁਦ ਪੈਸੇ ਦੇ ਕੇ ਦਸਤਾਰ ਬਣਵਾ ਰਹੀ ਆ। ਮੈਂ ਖੁਦ ਇਹ ਕੇਸ ਵੇਖਿਆ, ਮੈਨੂੰ ਨਹੀਂ ਲੱਗਦਾ ਇਹ ਤੋਂ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੋਊਗੀ।
ਸੋ ਇਹੋ ਕਹਿਣਾ ਚਾਹਾਂਗਾ ਕਿ ਸਾਨੂੰ ਆਪ ਦਸਤਾਰ ਬੰਨਣੀ ਚਾਹੀਦੀ, ਅਸੀਂ ਦੂਜਿਆਂ ਨੂੰ ਅਵੇਅਰਨੈਸ ਕਰੀਏ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਆਪਾਂ ਵਿਚਾਰ ਸੁਣੇ ਸਾਰੇ, ਸੋ ਮੈਂ ਫਿਰ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਸਿੱਖ ਚੈਨਲ ਦਾ, ਭਾਈ ਸਾਹਿਬ ਭਾਈ ਹਰਭਜਨ ਸਿੰਘ ਹੁਣਾਂ ਦਾ, ਜਿਹੜੇ ਉੱਥੋਂ ਚੱਲ ਕੇ ਇੱਥੇ ਆਏ, ਜਦੋਂ ਵੀ ਆਉਂਦੇ ਇੱਥੇ ਆ ਕੇ ਪ੍ਰੋਗਰਾਮ ਕਵਰ ਕਰਦੇ ਆ, ਤਾਂ ਭਾਈ ਸਾਕੇਰ ਸਿੰਘ ਹੁਣਾਂ ਦਾ, ਜੋ ਕਿ ਕੈਮਰੇ ਦੀ ਸੇਵਾ ਨਿਭਾਉਂਦੇ ਆ। ਸੋ ਇਸੇ ਤਰ੍ਹਾਂ CEO ਸਾਹਿਬ ਦਾ ਗੁਰਦੀਪ ਸਿੰਘ, ਹੋਰ ਸਭ ਜੋ ਵੀ ਜਿੰਨੇ ਵੀ ਮੈਂਬਰ ਹਨ। ਸੋ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇਹ ਪ੍ਰੋਗਰਾਮ ਕਰ ਰਿਹਾ ਹੈ। ਸੋ ਅੰਤ ਦੇ ਵਿੱਚ, ਅਖੀਰ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ